वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव पातशाह महाराज जी का है। प्रसंग है गुरु नानक देव पिता महाराज तलवंडी तो चले ने धरत लुकाई नूं सोधन वास्ते जगत जलंदे नूं ठारण वास्ते मंद मंद गत सुंदरी पद पदवी पर पाए। मैं पुन मरदाना दो सतगुरु पीछे जाए। सतगुरु क्यों चले ने? हेत भगत सरता विस्तारण नानक कराए जगत निस्तारण। सतगुरु जी ने जदों ध्यान धर के वेख्या सी, बाबा देखा ध्यान धर जलती सब पृथ्वी दिस आई, बाजों गुरु गुबार है कर दी सुनी लुकाई। तो सच्चे पातशाह ने फैसला कर लिया सी कि असी संसार का भरमण करना है, पर इस जगत जलंदे नूं ठारिया किवें जा सकदा है, इस धरत लुकाई नूं सोधिया किवें जा सकदा है। उहदा जिहड़ा तरीका सी वो है कि कल युग बाबे तारिया सतनाम पढ़ मंत्र सुनाया। गुरु ने सच्चे नाम दा मंत्र दिता सी, भावें मूल मंत्र होवे, भावें गुर मंत्र होवे, भावें गुरबाणी होवे। सतगुरु जी भगती दी नदी इस संसार विच चलाउणी चाहुंदे ने। बड़ियां नदियां ने, पर वो नदियां जां ते साफ सुथरे पानी वालियां ने जां फिर लोकां दी गंदगी ढोण वालियां मैलियां
ਹੋ ਚੁੱਕੀਆਂ ਨਦੀਆਂ ਨੇ ਅੱਜ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਹਨਾਂ ਨਦੀਆਂ ਦੀ ਸਾਫ਼ ਸਫਾਈ ਵਾਸਤੇ ਅਰਬਾਂ ਖਰਬਾਂ ਰੁਪਈਆ ਖਰਚਿਆ ਜਾ ਰਿਹਾ ਹੈ। ਦੋ ਤਰ੍ਹਾਂ ਦੀਆਂ ਹੀ ਨਦੀਆਂ ਆਪਾਂ ਵੇਖਦੇ ਸੁਣਦੇ ਆ। ਇਹ ਤੀਸਰੀ ਨਦੀ ਭਗਤੀ ਦੀ ਨਦੀ ਸੀ, ਰੱਬ ਦੀ ਸਿਫਤ ਸਲਾਹ ਦੀ ਇਬਾਦਤ ਦੀ ਨਦੀ ਸੀ, ਜਿਹੜੀ ਸਤਿਗੁਰੂ ਜੀ ਸੰਸਾਰ ਵਿੱਚ ਚਲਾਉਣ ਵਾਸਤੇ ਤਲਵੰਡੀ ਦੀ ਨਗਰੀ ਤੋਂ ਚੱਲੇ ਨੇ। ਹੁਣ ਇਹਦੇ ਵਿੱਚ ਜਿਹੜਾ ਵੇਗ ਹੈ ਉਹ ਪ੍ਰੇਮ ਹੈ, ਕਿਉਂਕਿ ਖਲੋਤਾ ਪਾਣੀ ਨਦੀ ਨਹੀਂ ਹੋ ਸਕਦਾ, ਉਹ ਝੀਲ ਬਣ ਜਾਏਗਾ, ਉਹ ਇੱਕ ਤਲਾਬ ਦਾ ਰੂਪ ਧਾਰਨ ਕਰ ਜਾਏਗਾ। ਉਹਨੂੰ ਲੋਕ ਸਰੋਵਰ ਟੋਬਾ ਕਹਿ ਦੇਣਗੇ, ਪਰ ਉਹਨੂੰ ਨਦੀ ਕੋਈ ਨਹੀਂ ਕਹੇਗਾ। ਨਦੀ ਤਾਂ ਉਹੀ ਹੈ ਜਿਹੜੀ ਦਿਨ ਰਾਤ ਵਗਦੀ ਹੈ ਭਾਈ। ਤੋ ਇਸ ਨਦੀ ਦਾ ਵੇਗ ਪ੍ਰੇਮ ਹੈ, ਇਸੇ ਕਰਕੇ ਇਹਦੇ ਵਿੱਚ ਕਦੇ ਮਾਇਆ ਦੀ ਕਾਈ ਨਹੀਂ ਜੰਮਦੀ। ਖਲੋਤੇ ਪਾਣੀ ਵਿੱਚ ਕਾਈ ਜੰਮਦੀ ਹੈ। ਭਗਤੀ ਕਰਨ ਵਾਲੇ ਮਨੁੱਖ ਨੂੰ ਮਾਇਆ ਨਹੀਂ ਚੰਬੜਦੀ। ਇਹ ਨਹੀਂ ਕਿ ਉਹਦੇ ਕੋਲ ਮਾਇਆ ਹੁੰਦੀ ਨਹੀਂ ਹੈ, ਹੁੰਦੀ ਬਹੁਤ ਹੈ, ਪਰ ਉਹਨੂੰ ਮਾਇਆ ਲੱਗਦੀ ਨਹੀਂ ਹੈ। ਇਸ ਕਰਕੇ ਚਰਨ ਕਮਲ ਕੋ ਧਿਆਨ ਜੋ ਸੀਤਲਤਾ ਸੁਖ ਲੀਨ, ਉਹ ਵਿਅਕਤੀ ਜਿਹੜਾ ਹੈ ਉਹ ਗੁਰੂ ਦੇ ਕਮਲ ਰੂਪੀ ਚਰਨਾਂ ਦਾ ਧਿਆਨ ਧਰਦਾ ਹੈ, ਤੇ ਫਿਰ ਕੀ ਹੈ, ਫਿਰ ਦਿਨ ਰਾਤ ਉਹਨੂੰ ਸੁੱਖ ਮਿਲਦੇ ਨੇ, ਖੁਸ਼ੀਆਂ ਮਿਲਦੀਆਂ ਨੇ। ਹਾਂਜੀ। ਸਹਿਜ ਸਰੂਪ ਸਿੰਧ ਸਮਹਾਈ, ਮਿਲੀ ਜਾਏ ਇਸ ਥਿਰਤਾ ਪਾਈ। ਹੌਲੀ ਹੌਲੀ ਇਹ ਨਦੀ ਆਪਣੇ ਆਪ ਸਹਿਜ ਸੁਭਾਏ ਇਸ ਸਮੁੰਦਰ ਵਿੱਚ ਪਹੁੰਚਦੀ ਹੈ। ਜਿਹੜੀ ਪ੍ਰੇਮ ਦੀ ਨਦੀ ਹੈ, ਇਹਨੇ ਸ਼ੌ ਸਾਗਰ ਵਿੱਚ ਸਾਨੂੰ ਲੈ ਕੇ ਜਾਣਾ ਹੈ, ਤੇ ਉੱਥੇ ਜਦੋਂ ਪਹੁੰਚ ਜਾਂਦੀ ਹੈ ਫਿਰ ਟਿਕ ਜਾਂਦੀ ਹੈ। ਫਿਰ ਇਸ ਨੂੰ ਅਸਥਿਰਤਾ ਮਿਲ ਜਾਂਦੀ ਹੈ, ਫਿਰ ਇਹ ਨਦੀ ਨਹੀਂ ਰਹਿੰਦੀ। ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਏ, ਇਹਨਾਂ ਨੂੰ ਫਿਰ ਸਮੁੰਦਰ ਕਿਹਾ ਜਾਂਦਾ ਹੈ, ਨਦੀਆਂ ਨਹੀਂ ਕਿਹਾ ਜਾਂਦਾ। ਜਨਮ ਮਰਨ ਕੋ ਬਹੁਰ ਨ ਫੇਰਾ, ਹਵੈ ਅਡੋਲ ਸੁਖ ਭਇਓ ਕਨੇਰਾ। ਇੱਥੇ ਫਿਰ ਜਨਮ ਤੇ ਮਰਨ ਦੇ ਫੇਰੇ ਮੁੱਕ ਜਾਂਦੇ ਨੇ। ਇੱਥੇ ਡੋਲਣ ਵਾਲੀ ਅਵਸਥਾ ਖਤਮ ਹੋ ਜਾਂਦੀ ਹੈ, ਕਿਉਂਕਿ ਇਹ ਡੀਗਨ ਡੋਲਾ ਤਉ ਲੋ ਜੋ ਮਨ ਕੇ ਭਰਮ, ਭ੍ਰਮ ਕਾਟੇ ਗੁਰ ਆਪਣੇ ਪਾਏ ਬਿਸ਼ਰਾਮਾ। ਭਗਤੀ ਸਾਡੇ ਭਰਮ ਕੱਟਦੀ ਹੈ। ਗੁਰੂ ਨੌਵੇਂ ਪਾਤਸ਼ਾਹ ਜੀ ਦੇ 400 ਸਾਲੇ ਗੁਰਪੁਰਬ ਦੀ ਆਪਾਂ ਰੋਜ਼ ਗੱਲ ਕਰਦੇ ਹਾਂ। ਗੁਰੂ ਜੀ ਨੇ ਬਹੁਤ ਲੰਬਾ ਸਮਾਂ ਭਗਤੀ ਕੀਤੀ ਬਾਬੇ ਬਕਾਲੇ ਵਿੱਚ। ਕਾਹਦੇ ਲਈ ਕੀਤੀ? ਇਸ ਕਰਕੇ ਕੀਤੀ ਕਿ ਸਤਿਗੁਰਾਂ ਨੇ ਕੀਨੋ ਵੱਡੋ ਕੱਲੂ ਮੈਂ ਸਾਕਾ, ਕਲਯੁਗ ਦੀ ਜਿਹੜੀ ਸਭ ਤੋਂ ਵੱਡੀ ਘਟਨਾ ਸੀ ਉਸ ਨੂੰ ਅੰਜਾਮ ਦੇਣਾ ਸੀ, ਉਸ ਨੂੰ ਕਰਨਾ ਸੀ ਉਹਨਾਂ ਨੇ। ਔਰ ਇਹ ਹਕੀਕਤ ਹੈ ਕਿ ਜਿਨ੍ਹਾਂ ਵਿਅਕਤੀਆਂ ਕੋਲ ਭਗਤੀ ਨਹੀਂ, ਉਹਨਾਂ ਵਿਅਕਤੀਆਂ ਨੇ ਕਦੇ ਸ਼ਹਾਦਤ ਨਹੀਂ ਦਿੱਤੀ। ਇਹ ਠੀਕ ਹੈ, ਅਸੀਂ ਇਹ ਸ਼ਬਦ ਅਸੀਂ ਆਪਣੇ ਨਿੱਜ ਦੇ ਸਵਾਰਥ ਦੇ ਵਿੱਚ ਜਿਹੜੇ ਵੀ ਮਨੁੱਖ ਆਪਾਂ ਕੁਰਬਾਨ ਕਰਦੇ ਨੇ, ਆਪੇ ਦਾ ਬਲੀਦਾਨ ਦਿੰਦੇ ਨੇ, ਅਸੀਂ ਉਹਨਾਂ ਵਾਸਤੇ ਲਿਖਦੇ ਹਾਂ, ਵਰਤਦੇ ਹਾਂ, ਬੋਲਦੇ ਹਾਂ। ਇਸੇ ਕਰਕੇ ਤੁਸੀਂ ਵੇਖਿਆ ਹੋਵੇਗਾ ਜਿਹੜੇ ਹਿੰਦੁਸਤਾਨ ਦੇ ਸ਼ਹੀਦ ਨੇ ਉਹਨਾਂ ਨੂੰ ਪਾਕਿਸਤਾਨ ਨਹੀਂ ਮੰਨਦਾ, ਜਿਹੜੇ ਪਾਕਿਸਤਾਨ ਵਾਲੇ ਸ਼ਹੀਦ ਨੇ ਉਹਨਾਂ ਨੂੰ ਅਸੀਂ ਨਹੀਂ ਮੰਨਦੇ।
ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੇ ਦੁਸ਼ਮਣ ਸੀ। ਉਹ ਤਾਂ ਸਾਡੇ ਦੁਸ਼ਮਣ ਸੀ ਭਾਈ, ਕਿਉਂਕਿ ਉਹਨਾਂ ਦੀ ਉਸ ਧਰਤੀ ਵਾਸਤੇ ਕੁਰਬਾਨ ਹੋਏ ਨੇ। ਇਸ ਕਰਕੇ ਉੱਥੋਂ ਦੇ ਲੋਕ ਕਹਿਣ ਸਾਡੇ ਸ਼ਹੀਦ ਨੇ। ਹੁਣ ਭਗਤ ਸਿੰਘ ਹੋਰਾਂ ਨੂੰ ਇੰਗਲੈਂਡ ਵਾਲੇ ਥੋੜਾ ਸ਼ਹੀਦ ਕਹਿਣਗੇ, ਉਹ ਤੇ ਕਹਿਣਗੇ ਅਸੀਂ ਤੇ ਸਜ਼ਾ ਦਿੱਤੀ ਸੀ। ਸ਼ਹੀਦ ਤੇ ਆਜ਼ਾਦ ਹਿੰਦੁਸਤਾਨ ਕਹਿੰਦਾ ਵੀ ਇਹ ਸਾਡੇ ਸ਼ਹੀਦ ਹੋਏ ਨੇ ਭਾਈ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਸਹਿਜ ਰੂਪ ਧਾਰਨ ਕਰਕੇ ਜਦੋਂ ਭਗਤੀ ਦੇ ਵਿੱਚ ਇਹ ਨਦੀ ਸਮੁੰਦਰ ਵਿੱਚ ਪਹੁੰਚਦੀ ਤੇ ਜਨਮ ਮਰਨ ਮੁੱਕ ਜਾਂਦੇ ਨੇ, ਅਡੋਲਤਾ ਖਤਮ ਹੋ ਜਾਂਦੀ ਹੈ। ਜਿਹੜੀ ਡੋਲਣ ਵਾਲੀ ਅਵਸਥਾ ਉਹ ਮੁੱਕ ਜਾਂਦੀ, ਅਡੋਲ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਡੋਲਣ ਵਾਲੀ ਜਿਹੜੀ ਅਵਸਥਾ ਉਹ ਖਤਮ ਹੋ ਜਾਂਦੀ ਹੈ। ਹਾਂਜੀ। ਕਾਲ ਕਾਮ ਕੋ ਡਰ ਨਹਿ ਜਿਹਵਾ, ਸਰਤਾ ਸੰਗ ਪਹੁੰਚ ਗੇ ਤੇਹਵਾ। ਕਾਲ ਕਾਮ ਕੋ ਡਰ ਨਹਿ ਜਿਹਵਾ। ਹੁਣ ਇੱਥੇ ਕਾਲ ਦਾ, ਇੱਥੇ ਗਰਮੀ ਦਾ ਕੋਈ ਡਰ ਨਹੀਂ ਰਹਿੰਦਾ, ਕੋਈ ਸਮੇਂ ਦਾ ਪ੍ਰਭਾਵ ਨਹੀਂ ਰਹਿੰਦਾ। ਸਰਤਾ ਸੰਗ ਪਹੁੰਚ ਗਏ ਤੇਵਾ, ਤੇ ਬੰਦਾ ਪਹੁੰਚਿਆ ਕਿਵੇਂ? ਪਹੁੰਚਿਆ ਭਗਤੀ ਦੇ ਨਾਲ ਹੈ। ਇਹ ਸਾਰੀਆਂ ਮੰਜ਼ਲਾਂ ਜਿਹੜੀਆਂ ਨੇ ਇਹ ਭਗਤੀ ਤੋਂ ਮਿਲਦੀਆਂ ਨੇ। ਜੇ ਭਾਈ ਇਸ ਨੂੰ ਦ੍ਰਿੜ ਕਰਨਾ ਹੋਵੇ ਤਾਂ ਮੇਰੇ ਨਾਲ ਪੜ੍ਹ ਲਓ। ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏ ਤਰਾ ਪਤ ਪਵੜੀਆਂ ਚੜੀਐ ਹੋਏ 21। ਰਸਤਾ ਹੀ ਹੈ। ਅਗਰ ਰੱਬ ਦੇ ਨਾਲ ਤੁਸੀਂ ਇੱਕਮਿਕ ਹੋਣਾ ਹੈ, ਰੱਬ ਦੇ ਨਾਲ ਤੁਸੀਂ ਅਭੇਦ ਹੋਣਾ ਹੈ, ਹੋਰ ਕੋਈ ਦੂਸਰਾ ਰਸਤਾ ਹੈ ਹੀ ਨਹੀਂ ਭਾਈ। ਹਾਂਜੀ। ਜਿਨ ਐਸੀ ਸਰਤਾ ਬਰ ਤਿਆਗੇ, ਮ੍ਰਿਗ ਤ੍ਰਿਸ਼ਨਾ ਜਮ ਭਰਮਹਿ ਅਭਾਗੀ। ਜਿਨ ਐਸੀ ਸਰਤਾ ਬਰ ਤਿਆਗੀ, ਮ੍ਰਿਗ ਤ੍ਰਿਸ਼ਨਾ ਜਗ ਭਰਮੈ ਅਭਾਗੀ। ਜਿਨੇ ਭਗਤੀ ਦੀ ਨਦੀ ਛੱਡੀ ਹੈ। ਦੇਖੋ ਕਿੰਨਾ ਵੱਡਾ ਪਾਠ ਹੈ। ਜਿਹੜਾ ਵਿਅਕਤੀ ਕਵੇ ਜੀ ਮੈਂ ਪਾਠ ਨਹੀਂ ਕਰਨਾ, ਮੈਂ ਬਾਣੀ ਨਹੀਂ ਪੜ੍ਹਨੀ, ਮੈਂ ਕੀਰਤਨ ਨਹੀਂ ਸੁਣਨਾ, ਮੈਂ ਸੰਗਤ ਵਿੱਚ ਨਹੀਂ ਜਾਣਾ, ਮੈਂ ਸੇਵਾ ਨਹੀਂ ਕਰਨੀ, ਹੁਣ ਉਸ ਮਨੁੱਖ ਦੀ ਬਦਕਿਸਮਤੀ ਨੂੰ ਕੌਣ ਵਰਣਨ ਕਰ ਸਕਦਾ ਹੈ? ਕਵੀ ਜੀ ਕਹਿੰਦੇ ਨੇ ਉਹਦੀ ਮ੍ਰਿਗ ਤ੍ਰਿਸ਼ਨਾ ਕਦੇ ਨਹੀਂ ਮਿਟੇਗੀ। ਮ੍ਰਿਗ ਤ੍ਰਿਸ਼ਨਾ ਕੀ ਹੈ? ਮਿਰਗ ਕਹਿੰਦੇ ਨੇ ਹਿਰਨ ਨੂੰ। ਹਿਰਨ ਮੰਨਿਆ ਜਾਂਦਾ ਹੈ ਕਿ ਪੂਰੀ ਪ੍ਰਕਿਰਤੀ ਵਿੱਚ ਸਭ ਤੋਂ ਸੁੰਦਰ ਅੱਖਾਂ ਦਾ ਮਾਲਕ ਹੈ। ਹਾਲਾਂਕਿ ਅੱਖਾਂ ਬਿੱਲੀ ਦੀਆਂ ਵੀ ਸੋਹਣੀਆਂ ਮੰਨੀਆਂ ਗਈਆਂ ਨੇ, ਪਰ ਸਭ ਤੋਂ ਸੁੰਦਰ ਅੱਖਾਂ ਹਿਰਨ ਦੀਆਂ ਮੰਨੀਆਂ ਨੇ। ਗੁਰਬਾਣੀ ਤੱਕ ਉਹਦੀ ਉਦਾਹਰਨ ਦਰਜ ਹੈ ਕਿ ਸੁਣ ਮੁੰਦੇ ਹਰਨਾਖੀਏ। ਇਹ ਭੈਣੇ ਹਿਰਨ ਦੀਆਂ ਅੱਖਾਂ ਵਾਲੀਏ, ਗੂੜਾ ਬੈਣ ਅਪਾਰ, ਪਹਿਲਾਂ ਵਸਤ ਸੰਝਾਣ ਕੇ ਤੋ ਕੀਚੇ ਵਪਾਰ। ਪਰ ਇੱਕ ਗੱਲ ਦਾ ਧਿਆਨ ਰੱਖੀ, ਸੋਹਣੀਆਂ ਅੱਖਾਂ ਦਾ ਦਾਵਾ ਕਰਨ ਵਾਲੀ ਭੈਣ, ਤੇਰੇ ਨਾਲੋਂ ਸੋਹਣੀਆਂ ਅੱਖਾਂ ਦਾ ਮਾਲਕ ਹਿਰਨ ਹੈ। ਪਰ ਇਸ ਹਿਰਨ ਨੂੰ ਮਾਰਨ ਦੇ ਵਿੱਚ ਅੱਖਾਂ ਦਾ ਹੀ ਸਭ ਤੋਂ ਵੱਡਾ ਦੋਸ਼ ਹੈ, ਕਿਉਂਕਿ ਉਹ ਦੂਰ ਚਮਕਦਾ ਰੇਤਾ ਵੇਖਦੀਆਂ ਨੇ ਤੇ ਪਾਣੀ ਸਮਝ ਲੈਂਦੀਆਂ ਨੇ। ਮਿਰਗ ਦੀਆਂ ਅੱਖਾਂ ਵਿੱਚ ਬਹੁਤ ਵੱਡਾ ਧੋਖਾ ਹੈ। ਦੂਰ ਚਮਕਦੇ ਰੇਤੇ ਨੂੰ ਪਾਣੀ ਸਮਝ ਲੈਣਾ, ਫਿਰ ਦੌੜਨਾ, ਉੱਥੇ ਜਾਣਾ। ਹੁਣ ਉੱਥੇ ਪਾਣੀ ਤਾਂ ਹੈ ਨਹੀਂ। ਹੁਣ ਪਾਣੀ ਹੋਵੇ ਤਾਂ ਜ਼ਰੂਰ ਮਿਲ ਜਾਏ। ਉੱਥੇ ਰੇਤਾ ਚਮਕਦਾ ਸੀ ਭਾਈ, ਉੱਥੇ ਜਾ ਕੇ ਫਿਰ ਅੱਗੇ ਵੇਖਿਆ, ਅੱਗੇ ਹੋਰ ਦੂਰ ਰੇਤਾ ਚਮਕਦਾ ਨਜ਼ਰ ਆਇਆ। ਅਖੀਰ ਉਸ ਮਾਰੂ ਥਲ ਦੇ ਵਿੱਚ ਦੌੜਦਾ ਦੌੜਦਾ ਮਿਰਗ ਜਿਹੜਾ ਹੈ, ਹਿਰਨ ਜਿਹੜਾ ਹੈ, ਉਹ ਆਪਣੇ ਪ੍ਰਾਣ ਤਿਆਗ ਦਿੰਦਾ, ਆਪਣੀ ਜ਼ਿੰਦਗੀ ਗਵਾ ਲੈਂਦਾ। ਭਾਈ ਜੇ ਭਗਤੀ ਛੱਡ ਕੇ ਚੱਲੋਗੇ ਤਾਂ ਇੱਕ ਗੱਲ ਚੇਤਾ ਰੱਖਣਾ, ਇਹ ਮ੍ਰਿਗ ਤ੍ਰਿਸ਼ਨਾ ਮਿਟੇਗੀ ਨਹੀਂ। ਜਗਤ ਵਾਲਾ ਭਰਮਣ ਮੁੱਕੇਗਾ ਨਹੀਂ, ਇਹ ਆਵਾਗਮਨ ਨਹੀਂ ਮੁੱਕੇਗਾ।
ਇਹਨਾਂ ਦਿਨਾਂ ਦੇ ਵਿੱਚ ਵੀ ਵਾਸਤਵ ਦੇ ਵਿੱਚ ਅਸੀਂ ਘਰ ਬਹਿ ਕੇ ਵੇਖਿਆ ਹੈ ਕਿ ਬੰਦੇ ਦੀ ਜ਼ਿੰਦਗੀ ਦੀਆਂ ਇੰਨੀਆਂ ਲੋੜਾਂ ਹੈ ਨਹੀਂ, ਔਰ ਗੁਰਬਾਣੀ ਸਾਨੂੰ ਰੋਜ਼ ਸਮਝਾਉਂਦੀ ਹੈ। ਗੁਰਬਾਣੀ ਸਾਨੂੰ ਰੋਜ਼ ਸਮਝਾਉਂਦੀ ਹੈ। ਫਰੀਦਾ ਕੋਠੇ ਮੰਡਪ ਮਾੜੀਆਂ, ਕਰੋ ਕਿਰਪਾ, ਫਰੀਦਾ ਕੋਠੇ ਮੰਡਪ ਮਾੜੀਆਂ ਕਾਹੇ ਮਰੋ ਸਵਾਰ, ਕਾਰਜ 3.5 ਹਾਥ ਘਣੀ ਤਪਾਉਣੇ 4। ਅੱਜ ਵੀ ਤੁਸੀਂ ਕਿਸੇ ਵੱਡੇ ਘਰ ਵਾਲੇ ਮਾਲਕ ਦੇ ਘਰ ਜਾਇਓ, ਉਹ ਤੁਹਾਨੂੰ ਆਪਣਾ ਘਰ ਵਿਖਾਵੇਗਾ। ਸਾਡੇ ਕੋਲੇ ਜੀ 5 ਬੈੱਡਰੂਮ ਦਾ ਘਰ ਹੈ, 8 ਬੈੱਡਰੂਮ ਦਾ ਘਰ ਹੈ, ਤੇ ਥੋੜੀ ਜਿਹੀ ਤੁਸੀਂ ਵੀ ਸ਼ਰਮਿੰਦਗੀ ਛੱਡ ਦਿਓ ਤੇ ਹੌਲੀ ਜੀ ਪੁੱਛ ਲਿਓ, ਵੀਰ ਜੀ ਤੁਹਾਡੇ ਘਰ 'ਚ ਜੀ ਕਿੰਨੇ ਨੇ, ਕਿੰਨੇ ਮੈਂਬਰ ਹੋ ਤੁਸੀਂ? ਉਹ ਕਹਿਣਗੇ ਜੀ 2 ਅਸੀਂ ਆ, 2 ਸਾਡੇ ਬੱਚੇ ਨੇ। ਫਿਰ ਹੌਲੀ ਜੀ ਅਗਲੀ ਗੱਲ ਵੀ ਪੁੱਛ ਲਿਓ, ਬੱਚੇ ਕਿੱਥੇ ਨੇ? ਨਹੀਂ ਬੱਚੇ ਤਾਂ ਜੀ ਹੁਣ ਵਿਆਹੇ ਗਏ ਨੇ, ਬੱਚੇ ਤੇ ਹੁਣ ਜੀ ਵਿਦੇਸ਼ ਆਪਣੇ ਆਪਣੇ ਪੜ੍ਹਾਈ ਤੇ ਗਏ ਨੇ, ਆਪਣੇ ਆਪਣੇ ਕੰਮ ਤੇ ਹੈਗੇ ਨੇ, ਉਹਨਾਂ ਦਾ ਪਰਿਵਾਰ ਕਿੱਥੇ? ਨਹੀਂ, ਪਰਿਵਾਰ ਤੇ ਉਹਨਾਂ ਦਾ ਨਾਲ ਹੀ ਹੈ ਜੀ। ਤੇ ਥੋੜੀ ਜੀ ਢੀਠਤਾ ਨਾਲ ਇੱਕ ਗੱਲ ਹੋਰ ਵੀ ਪੁੱਛ ਲਿਓ ਕਿ ਭਰਾ ਜੀ ਰਾਤ ਨੂੰ ਘੰਟਾ ਘੰਟਾ ਇੱਕ ਕਮਰੇ 'ਚ ਸੌਂਦੇ ਹੋ? 5 ਬੈੱਡਰੂਮ ਦਾ ਘਰ ਹੈ ਨਾ, ਵੀ 9 ਤੋਂ 10 ਇੱਕ ਸੀ ਸੌਂ ਗਏ, 10 ਤੋਂ 11 ਦੂਜੇ ਕਮਰੇ ਸੌਂ ਗਏ, 11 ਤੋਂ 12 ਤੀਜੇ ਕਮਰੇ ਸੌਂ ਗਏ, 12 ਤੋਂ 1 ਚੌਥੇ ਕਮਰੇ ਸੌਂ ਗਏ। ਫਿਰ ਇਦਾਂ ਤੁਸੀਂ ਰਾਤ ਕੱਟਦੇ ਹੋ? ਨਹੀਂ ਜੀ। ਤੇ ਕਿਹੜੇ ਭੁਲੇਖੇ 'ਚ ਪਏ ਹੋਏ ਆਪਾਂ? ਮੈਂ ਤਾਂ ਰੋਜ਼ ਬੇਨਤੀ ਕਰਦਾ ਕਿ ਇੱਕੋ ਬੈੱਡ ਦੇ ਉੱਪਰ ਜਿੱਦਣ ਰਾਤ ਨੂੰ 4 ਵਾਰੀ ਪਾਸਾ ਵਟਣਾ ਪੈ ਗਿਆ ਨਾ, ਸਵੇਰੇ ਡਾਕਟਰ ਨੂੰ ਨਬਜ਼ ਵਿਖਾਉਣੀ ਪੈਣੀ ਹੈ ਵੀ ਡਾਕਟਰ ਸਾਹਿਬ ਰਾਤੀ ਨੀਂਦ ਠੀਕ ਨਹੀਂ ਆਈ ਮੈਨੂੰ। ਤੇ ਉੱਥੇ 8 ਬੈੱਡਰੂਮ ਦਾ ਘਰ ਕੀ ਕਰਨਾ? ਐਵੇਂ ਇੱਕ ਮ੍ਰਿਗ ਤ੍ਰਿਸ਼ਨਾ ਹੀ ਹੈ ਨਾ। ਇਹ ਕੀ ਹੈ? ਸਿਰਫ ਇੱਕ ਸ਼ੋਅ ਅਪ ਹੈ, ਲੋਕਾਂ ਨੂੰ ਵਿਖਾਉਣਾ ਹੈ। ਦੇਖੋ ਅਸੀਂ ਕਿਸੇ ਨੂੰ ਆਪਣੇ ਪੱਲੇ ਨਹੀਂ ਬੰਨ੍ਹਦੇ, ਪਰ ਤੁਸੀਂ ਯਕੀਨ ਕਰਨਾ ਜਿਹੜੀ ਗੱਲ ਮੈਨੂੰ ਸਮਝ ਆਈ ਹੈ ਕਿ ਗੋਰੇ ਲੋਕ ਸਾਡੇ ਤੋਂ ਬਹੁਤ ਅੱਗੇ ਨੇ, ਬਹੁਤ ਅੱਗੇ ਨੇ। ਬੱਚਿਆਂ ਨੂੰ ਕਿਵੇਂ ਪਾਲਦੇ ਨੇ ਪਤਾ ਹੈ ਤੁਹਾਨੂੰ? ਇਸ ਤੋਂ ਵਧੀਆ ਕੋਈ ਦੁਨੀਆ 'ਚ ਬੱਚੇ ਨਹੀਂ ਪਾਲ ਸਕਦਾ। ਸਾਡੇ ਹਾਲਤ ਕੀ ਹੈ? ਬੱਚੇ ਦੇ ਉੱਠਣ ਤੋਂ ਪਹਿਲਾਂ ਤਾਂ ਉਹਨੂੰ ਮਾਂ ਕੁੱਟੇਗੀ, 2-4 ਚਪੇੜਾਂ ਮਾਰ ਕੇ ਠਾਏਗੀ। ਸਕੂਲ ਛੱਡਣ ਗਏ ਨੂੰ ਪਿਓ ਕੁੱਟ ਦੇਗਾ। ਸਕੂਲ ਗਏ ਨੂੰ ਅੱਗੋਂ ਮਾਸਟਰ ਕੁੱਟ ਦੇਗਾ। ਅੱਧੀ ਛੁੱਟੀ ਹੋਈ ਤੇ ਨਿਆਣੇ ਕੁੱਟ ਦੇਣਗੇ ਉਹਨੂੰ। ਜੇ ਮੇਰੀ ਗੱਲ 'ਚ ਕੋਈ ਫਰਕ ਹੋਵੇ ਤੇ ਮੈਨੂੰ ਦੱਸਣਾ ਜ਼ਰੂਰ ਤੁਸੀਂ। ਬੱਚੇ ਨੂੰ ਉੱਠਣ ਤੋਂ ਪਹਿਲਾਂ ਮਾਂ ਕੁੱਟਦੀ ਹੈ, ਸਕੂਲ ਜਾਣ ਲੱਗਿਆ ਪਿਓ ਕੁੱਟਦਾ ਹੈ, ਸਕੂਲ ਗਏ ਨੂੰ ਮਾਸਟਰ ਕੁੱਟਦਾ ਹੈ, ਅੱਧੀ ਛੁੱਟੀ ਵੇਲੇ ਉਹਨੂੰ ਬੱਚੇ ਕੁੱਟ ਸੁੱਟਦੇ ਨੇ। ਕਦੇ ਫੋਰਨ 'ਚ ਸੁਣਿਓ ਉੱਥੇ ਉਸ ਟੀਚਰ ਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਹੈ ਜਿਹੜੇ ਟੀਚਰ ਦਾ ਬੱਚਾ 911 ਤੇ ਇਹ ਕੰਪਲੇਂਟ ਕਰੇ ਕਿ ਮੇਰੇ ਮਾਂ-ਬਾਪ ਜਾਂ ਹੋਰ ਮੈਨੂੰ ਮਾਰਦੇ ਨੇ। ਟੀਚਰ ਨੂੰ ਦੀ ਕੰਪਲੇਂਟ ਹੋ ਜਾਂਦੀ ਹੈ ਕਿ ਤੂੰ ਕਿਉਂ ਨਹੀਂ ਬੱਚੇ ਨੂੰ ਪੁੱਛਿਆ। ਟੀਚਰ ਦੀ ਪਹਿਲੀ ਡਿਊਟੀ ਪੜ੍ਹਾਉਣਾ ਨਹੀਂ ਹੈ, ਪਹਿਲੀ ਡਿਊਟੀ ਹੈ ਬੱਚੇ ਨੂੰ ਪੁੱਛਣਾ ਵੀ ਤੈਨੂੰ ਘਰ 'ਚ ਤੰਗ ਤਾਂ ਨਹੀਂ ਕਰਦੇ। ਪਰ ਜੇ ਕਿਤੇ ਬੱਚੇ ਨੇ 911 ਕਰਤਾ ਤੇ ਬੱਚੇ ਨੂੰ ਗੌਰਮੈਂਟ ਲੈ ਜਾਏਗੀ ਔਰ 18 ਸਾਲ ਤੁਹਾਨੂੰ ਵਾਪਸ ਨਹੀਂ ਦੇਗੀ। ਔਰ ਕਾਨੂੰਨ ਕਹਿੰਦਾ ਹੈ ਕਿ ਤੁਹਾਨੂੰ ਬੱਚੇ ਜੰਮਣੇ ਆਉਂਦੇ ਨੇ, ਪਾਲਣੇ ਨਹੀਂ ਆਉਂਦੇ। ਅਗਲੀ ਗੱਲ ਵੇਖੋ, 18 ਸਾਲ ਤੱਕ ਅਸੀਂ ਕੁੱਟਦੇ ਹਾਂ ਤੇ 18 ਸਾਲਾਂ ਤੋਂ ਬਾਅਦ ਬੱਚੇ ਫਿਰ ਸਾਨੂੰ ਹੀ ਕੁੱਟਦੇ ਨੇ, ਲੱਭਦੇ ਹੀ ਨਹੀਂ ਉਹ। ਆ ਜਿੰਨੇ ਬੱਚੇ ਅੱਜ ਬਾਹਰ ਜਾ ਰਹੇ ਨੇ, ਤੁਸੀਂ ਕਦੇ ਇਹਨਾਂ ਦੀ ਸਾਈਕੀ ਪੜ੍ਹੀ ਹੈ? ਕਿਉਂ ਜਾ ਰਹੇ ਨੇ? ਉਹ ਕਹਿੰਦੇ ਇੱਕ ਵਾਰੀ ਖਹਿੜਾ ਛੱਡੋ ਸਾਡਾ, ਜੇ ਮੁੜ ਕੇ ਤੁਹਾਨੂੰ ਮੂੰਹ ਵਿਖਾ ਗਏ ਤੇ ਕਿਉਂ ਜੇ। ਗੋਰਿਆਂ ਦੀ ਹਾਲਤ ਉਲਟੀ ਹੈ। ਗੋਰੇ 18 ਸਾਲ ਤੱਕ ਬੱਚੇ ਨੂੰ ਪਾਲਦੇ ਨੇ, ਖਾਸ ਕਰਕੇ ਉਹਦੀ ਗ੍ਰੈਜੂਏਸ਼ਨ ਦਾ ਕਿਆ ਕਮਾਲ ਦਾ ਫੰਕਸ਼ਨ ਗੌਰਮੈਂਟ ਕਰਦੀ ਹੈ, ਮਾਂ ਪਿਓ ਕਰਦੇ ਨੇ। ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੰਕਸ਼ਨ ਹੁੰਦਾ ਜਿੱਦਣ ਬੱਚਾ 18 ਸਾਲ ਦਾ ਫੋਰਨ ਵਿੱਚ ਹੁੰਦਾ।
ਉਸ ਤੋਂ ਬਾਅਦ ਮਾਂ ਪਿਓ ਕਹਿੰਦਾ ਹੈ ਵੀ ਕਾਕਾ ਜਾ ਹੁਣ। ਉਹ ਬੱਚੇ ਨੂੰ ਐਵੇਂ ਪਾਲਦੇ ਨੇ ਜਿਵੇਂ ਚਿੜੀਆਂ ਕਾਂ ਆਪਣੇ ਬੋਟ ਪਾਲਦੀਆਂ ਨੇ। ਪਤਾ ਨਹੀਂ ਕਿੱਥੋਂ ਕਿੱਥੋਂ ਦਾਣਾ ਲੈ ਕੇ ਚੁੰਝ ਵਿੱਚ ਉਹਨਾਂ ਦੇ ਬੱਚਿਆਂ ਦੇ ਮੂੰਹ 'ਚ ਪਾਉਂਦੀਆਂ ਨੇ, ਪਰ ਜਦੋਂ ਬੱਚਾ ਆਲਣੇ 'ਚੋਂ ਉੱਡ ਜਾਏ ਮੁੜ ਕੇ ਨਹੀਂ ਪੁੱਛਦੀਆਂ ਕਾਕਾ ਤੂੰ ਕਿੱਥੇ ਹੈ। ਉਹ ਨਹੀਂ ਪੁੱਛਦੇ। ਉਹ ਤਾਂ ਪੰਛੀਆਂ ਵਰਗੇ ਲੋਕ ਨੇ। ਜਾਓ ਬੱਚੇ ਆਪਣੀ ਉਡਾਨ ਭਰੋ, ਆਪਣਾ ਪਰਵਾਜ਼ ਆਪ ਨਿਯਤ ਕਰੋ ਕੀ ਕਰਨਾ ਹੈ ਤੁਸੀਂ। ਪਹਿਲਾਂ ਕੁੱਟਦੇ ਰਹੇ ਨਿਆਣੇ ਨੂੰ, ਉਸ ਤੋਂ ਬਾਅਦ ਨਿਆਣੇ ਨੂੰ ਉਹਦੇ ਨਿਆਣੇ ਵਾਸਤੇ ਰੋਈ ਜਾਂਦੇ ਸਾਰੀ ਉਮਰ ਅਸੀਂ। ਕਾਕਾ ਟੈਲੀਫੋਨ ਨਹੀਂ ਕਰਦਾ ਜੀ, ਕਾਕਾ ਚਿੱਠੀ ਨਹੀਂ ਪਾਉਂਦਾ ਜੀ, ਕਾਕਾ ਮਿਲਣ ਨਹੀਂ ਆਉਂਦਾ ਜੀ। ਵੀ ਉਹਨੂੰ 18 ਸਾਲ ਭੁੱਲਣ ਤੇ ਆਵੇ। ਉਹਨੂੰ ਭੁੱਲਦੇ ਹੀ ਨਹੀਂ ਕਿਉਂਕਿ ਅਸੀਂ ਰੱਖਿਆ ਹੀ ਨਹੀਂ ਠੀਕ ਉਹਨੂੰ। ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਜਦੋਂ ਬੱਚਿਆਂ ਨੂੰ ਮਾਂ ਪਿਓ ਦੀ ਲੋੜ ਹੈ ਉਦੋਂ ਸਾਡੇ ਕੋਲ ਟਾਈਮ ਨਹੀਂ ਹੈ, ਇਹ ਯਾਦ ਰੱਖਣਾ। ਜਦੋਂ ਸਾਨੂੰ ਲੋੜ ਪਈ ਬੱਚਿਆਂ ਦੀ ਤੇ ਜਵਾਬ ਬੱਚਿਆਂ ਨੇ ਵੀ ਇਹੋ ਹੀ ਦੇਣਾ ਹੈ। ਉਹਨੇ ਕਹਿਣਾ ਮਾਂ ਬਾਪ ਨੂੰ ਵੀ ਟਾਈਮ ਸਾਡੇ ਕੋਲ ਵੀ ਹੈ ਨਹੀਂ। ਇਹ ਗੱਲ ਸਾਨੂੰ ਸਾਡੇ ਬਜ਼ੁਰਗਾਂ ਤੋਂ ਸਿੱਖਣੀ ਚਾਹੀਦੀ ਹੈ। ਅੱਜ ਤੋਂ 2 ਪੀੜ੍ਹੀਆਂ ਪਿੱਛੇ ਚਲੇ ਜਾਓ, ਕਦੇ ਬਿਰਧ ਆਸ਼ਰਮ ਸੁਣੇ ਸੀ ਤੁਸੀਂ? ਕਦੇ ਓਲਡ ਹੋਮ ਸੁਣੇ ਸੀ ਤੁਸੀਂ? ਕਦੇ ਕਿਸੇ ਦਾ ਮਾਂ ਪਿਓ ਇਦਾਂ ਰੁਲਦਾ ਤੁਸੀਂ ਸੁਣਿਆ ਸੀ ਜਿੱਦਾਂ ਅੱਜ ਅਸੀਂ ਵੇਖਦੇ ਹਾਂ? ਠੀਕ ਹੈ, ਇੱਥੇ ਬੱਚਿਆਂ ਦਾ ਵੀ ਕਸੂਰ ਹੋਏਗਾ, ਉੱਥੇ ਮਾਂ ਪਿਓ ਦੀ ਪਰਵਰਿਸ਼ ਦਾ ਵੀ ਕਸੂਰ ਹੈ ਕਿਉਂਕਿ ਮ੍ਰਿਗ ਤ੍ਰਿਸ਼ਨਾ ਹੈ। ਮੈਂ ਅੱਜ ਵੀ ਕਿਤੇ ਬੈਠਾ ਸੀ, ਬਹੁਤ ਮੇਰੇ ਲਈ ਸਤਿਕਾਰਯੋਗ ਨੇ ਉਹ ਮਾਤਾ ਜੀ, ਉਮਰ ਵੱਡੀ ਹੈ, ਸੁਰਤ ਥੋੜੀ ਠੀਕ ਨਹੀਂ ਹੈ। ਅਸੀਂ ਉੱਥੇ ਬੈਠੇ ਵੀ ਕੋਈ ਗੱਲ ਕਰਦੇ ਸੀ ਵੀ ਪਤਾ ਨਹੀਂ ਪਰਮਾਤਮਾ ਸਾਨੂੰ ਇਹ ਗੱਲ ਚੋਂ ਕਿਵੇਂ ਕੱਢੇਗਾ। ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਔਰ ਤੁਸੀਂ ਵੀ ਸ਼ਾਮਲ ਹੋ। ਮੁੱਕਰਿਓ ਨਾ। ਕਿਤੇ ਨਾ ਕਿਤੇ ਸਾਡੇ ਮਨ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਮੈਂ ਮਰਾਂ, ਜਦੋਂ ਮੇਰੀ ਚਿਖਾ ਨੂੰ ਅੱਗ ਲੱਗੇ, ਜਦੋਂ ਮੇਰਾ ਭੋਗ ਪਵੇ, ਤੇ ਦੁਨੀਆ ਇੱਕ ਗੱਲ ਜ਼ਰੂਰ ਕਵੇ ਵੀ ਭਾਈ ਸਾਹਿਬ ਮਾਲ ਤੇ ਬੜਾ ਛੱਡ ਗਏ ਨੇ। ਲਓ, ਮਰਨ ਤੋਂ ਬਾਅਦ ਚਰਚਾ ਕਰਾਉਣ ਲਈ ਵੀ ਮੈਂ ਭੱਜਾ ਫਿਰਦਾ, ਹਾਲਾਂਕਿ ਉਸ ਚਰਚਾ ਦਾ ਮੈਂ ਹਿੱਸਾ ਨਹੀਂ ਹੋਵਾਂਗਾ, ਪਰ ਆਪਾਂ ਸਾਰੇ ਇੱਥੇ ਤੁਰੇ ਫਿਰਦੇ ਆ ਵੀ ਮੇਰੇ ਮਰਨ ਤੋਂ ਬਾਅਦ ਵੀ ਲੋਕ ਕਹਿਣ ਬਈ ਸਮਾਨ ਤੇ ਬੜਾ ਛੱਡ ਗਿਆ। ਇਹਨੂੰ ਕਹਿੰਦੇ ਨੇ ਮਿਰਗ ਤ੍ਰਿਸ਼ਨਾ। ਲੋੜ ਨਹੀਂ ਸੀ, ਇੰਨੇ ਕੱਪੜਿਆਂ ਦੀ ਲੋੜ ਨਹੀਂ, ਇੰਨੀਆਂ ਜੁੱਤੀਆਂ ਦੀ ਲੋੜ ਨਹੀਂ, ਇੰਨੇ ਆਟੇ ਦਾਲ ਘਿਓ ਦੀ ਲੋੜ ਨਹੀਂ, ਏਡੇ ਵੱਡੇ ਘਰ ਦੀ ਵੀ ਲੋੜ ਨਹੀਂ ਜਿੱਡੇ ਵੱਡੇ ਘਰ ਦੇ ਪਿੱਛੇ ਅਸੀਂ ਫਾਇਲ ਲੱਗੇ ਹੋਏ ਆ। ਇੰਨੀਆਂ ਸਾਡੀਆਂ ਜੀਵਨ ਦੀਆਂ ਜ਼ਰੂਰਤਾਂ ਨਹੀਂ ਹੈ। ਕੀ ਹੈ? ਮ੍ਰਿਗ ਤ੍ਰਿਸ਼ਨਾ ਹੈ। ਔਰ ਇਹ ਗੱਲ ਲਿਖੀ ਹੈ ਕਵੀ ਜੀ ਨੇ ਕਿ ਜਿਨ ਐਸੀ ਸਰਤਾ ਬਰ ਤਿਆਗੀ, ਮ੍ਰਿਗ ਤ੍ਰਿਸ਼ਨਾ ਜਗ ਭਰਮੈ ਅਭਾਗੀ। ਉਹ ਸਭ ਤੋਂ ਵੱਡਾ ਬਦਕਿਸਮਤ ਮਨੁੱਖ ਹੈ ਕਿ ਜਿਹਦੇ ਕੋਲੇ ਕਾਰ ਵੀ ਸੀ, ਘਰ ਵੀ ਸੀ, ਕਾਰੋਬਾਰ ਵੀ ਸੀ, ਨਾ ਪਾਠ ਕਰ ਸਕਿਆ, ਨਾ ਗੁਰਦੁਆਰੇ ਮੱਥਾ ਟੇਕ ਸਕਿਆ। ਕੀ ਕਰੋਗੇ? ਕਾਰ ਤੁਹਾਡੇ ਕੋਲ ਸੀ, ਤੁਸੀਂ ਗੁਰਦੁਆਰੇ ਨਹੀਂ ਜਾ ਸਕੇ। ਘਰ ਤੁਹਾਡੇ ਕੋਲ ਸੀ, ਬਹਿ ਕੇ ਪਾਠ ਨਹੀਂ ਕਰ ਸਕੇ। ਨੌਕਰ ਚਾਕਰ ਤੁਹਾਡੇ ਘਰ ਸੀ, 2 ਮਿੰਟ ਸਮਾਂ ਕੱਢ ਕੇ ਗੁਰਦੁਆਰੇ ਮੱਥਾ ਵੀ ਨਹੀਂ ਟੇਕ ਸਕੇ ਤੁਸੀਂ। ਤੇ ਦੱਸੋ ਇਦੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ? ਹਾਂਜੀ। ਸ਼੍ਰੀ ਨਾਨਕ ਸਰਤਾ ਬਿਸਤਾਰੀ, ਜਹਾਂ ਤਹਾਂ ਪਸਰੀ ਬਰਬਾਰੀ। ਇਉਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਭਗਤੀ ਦੀ ਨਦੀ ਵਗਾ ਦਿੱਤੀ। ਅੱਜ ਤੁਸੀਂ ਵੇਖੋ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਹੈ, ਥਾਂ ਥਾਂ ਤੇ ਪਾਠ ਹੈ, ਕੀਰਤਨ ਹੈ, ਗੁਰਬਾਣੀ ਹੈ, ਸਿਮਰਨ ਹੈ। ਦੱਸੋ ਗੁਰੂ ਨਾਨਕ ਦੇ ਘਰ ਵਿੱਚ ਇਸ ਤੋਂ ਇਲਾਵਾ ਕਦੇ ਤੁਹਾਨੂੰ ਕੁਝ ਮਿਲਿਆ? ਜਿਸ ਵਿਅਕਤੀ ਨੇ ਗੁਰੂ ਦੀ ਹਜ਼ੂਰੀ ਵਿੱਚ ਲਾਚੀਆਂ ਦਿੱਤੀਆਂ, ਲੌਂਗ ਦਿੱਤੇ, ਜਿਨੇ ਵੀ ਇਹੋ ਜਿਹਾ ਪਖੰਡ ਕੀਤਾ, ਸਿੱਖਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਸਿੱਖਾਂ ਵਿੱਚ ਉਹਦੀ ਕੋਈ ਥਾਂ ਨਹੀਂ। ਵਡਿਆਈ ਉਹਨਾਂ ਦੀ ਹੈ ਜਿਨ੍ਹਾਂ ਨੇ ਗੁਰੂ ਦੀ ਕਥਾ ਕੀਤੀ ਹੈ, ਜਿਨ੍ਹਾਂ ਨੇ ਕੀਰਤਨ ਸੁਣਾਇਆ ਹੈ। ਭਾਈ ਨਿਰਮਲ ਸਿੰਘ ਨਾਲ ਸਾਡਾ ਕੀ ਰਿਸ਼ਤਾ ਸੀ?
ਭਾਈ ਹਰਜਿੰਦਰ ਸਿੰਘ ਨਾਲ ਸਾਡਾ ਕੀ ਰਿਸ਼ਤਾ ਹੈ? ਐਵੇਂ ਕਿਸੇ ਨੇ ਸ਼ੁਰਲੀ ਛੱਡਤੀ ਕਿ ਭਾਈ ਹਰਜਿੰਦਰ ਸਿੰਘ ਨਹੀਂ ਰਹੇ। ਤੁਸੀਂ ਯਕੀਨ ਕਰਨਾ, ਵੱਡੇ ਤੋਂ ਵੱਡੇ ਬੰਦੇ ਨੇ, ਜਿਹਦੀ ਮੇਰੇ ਨਾਲ ਸਾਂਝ ਉਹਨੇ ਮੈਨੂੰ ਪੁੱਛਿਆ, ਜਿਹਦੇ ਨਾਲ ਹੋਏਗੀ ਉਹਨੇ ਉਹਨੂੰ ਪੁੱਛਿਆ ਵੀ ਕੀ ਇਹ ਗੱਲ ਸੱਚ ਹੈ। ਮਸ਼ਕੀਨ ਸਾਹਿਬ ਦੀ ਤੁਹਾਡੀ ਮੇਰੀ ਕੀ ਸਾਂਝ ਹੈ? ਜਦੋਂ ਟੀਵੀ ਤੇ ਆਇਆ ਸੀ ਨਾ ਕਿ ਬਾਬਾ ਬੋਲਤੇ ਥੇ ਕਹਾਂ ਗਏ, ਹਰ ਬੰਦਾ ਟੀਵੀ ਦੇ ਅੱਗੇ ਬੈਠਾ ਰੋ ਪਿਆ ਸੀ ਵੀ ਪੁੱਛੋ ਮਸ਼ਕੀਨ ਸਾਹਿਬ ਤੁਹਾਡੇ ਮਾਮਾ ਜੀ ਲੱਗਦੇ ਸੀ, ਮਾਸੜ ਜੀ ਲੱਗਦੇ ਸੀ, ਤਾਇਆ ਜੀ ਲੱਗਦੇ ਸੀ, ਚਾਚਾ ਜੀ ਲੱਗਦੇ ਸੀ, ਫੁੱਫੜ ਜੀ ਲੱਗਦੇ ਸੀ, ਕੀ ਲੱਗਦੇ ਸੀ ਤੁਹਾਡੇ? ਕੁਛ ਵੀ ਨਹੀਂ। ਤੇ ਰਿਸ਼ਤਾ ਕੀ ਸੀਗਾ? ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਉਹ ਰੱਬ ਦੀਆਂ ਗੱਲਾਂ ਸੁਣਾਉਂਦੇ ਸੀ ਸਾਨੂੰ। ਇਸ ਕਰਕੇ ਸਾਡੇ ਲਈ ਉਹ ਬਹੁਤ ਵੱਡੇ ਸਤਿਕਾਰਯੋਗ ਸੀ। ਸ਼ਾਇਦ ਆਪਣੇ ਮਰਿਆਂ ਦਾ ਇੰਨਾ ਦੁੱਖ ਨਹੀਂ ਹੋਇਆ ਹੋਏਗਾ ਜਿੰਨਾ ਦੁਨੀਆ ਨੇ ਮਸ਼ਕੀਨ ਸਾਹਿਬ ਦਾ ਮੰਨਿਆ, ਜਿੰਨਾ ਭਾਈ ਨਿਰਮਲ ਸਿੰਘ ਦਾ ਮੰਨਿਆ। ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ, ਸ਼੍ਰੀ ਨਾਨਕ ਸਰਤਾ ਬਿਸਤਾਰੀ ਜਹਾਂ ਤਹਾਂ ਪਸਰੀ ਬਰਬਾਰੀ। ਗੁਰੂ ਨਾਨਕ ਦੇ ਪਿਤਾ ਜੀ ਨੇ ਸੰਸਾਰ ਦੇ ਵਿੱਚ ਭਗਤੀ ਬਖਸ਼ੀ ਹੈ, ਸਿਮਰਨ ਬਖਸ਼ਿਆ ਹੈ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਨਾ ਮੌਲੀਆਂ ਬੰਨਿਆ ਕਰੋ, ਨਾ ਧਾਗੇ ਤਵੀਤ ਪਾਇਆ ਕਰੋ, ਨਾ ਇਹੋ ਜੀਆਂ ਮੂਰਖ ਮਤੀਆਂ ਵਿੱਚ ਆਪਣੇ ਆਪ ਨੂੰ ਗਵਾਓ। ਇਹਨਾਂ ਧਾਗਿਆਂ ਨਾਲ ਕੁਝ ਨਹੀਂ ਹੁੰਦਾ, ਤੇ ਜੇ ਹੁੰਦਾ ਤੇ ਭਾਵੇਂ ਲਿਆਓ ਕਰੋਨੇ ਦਾ ਕਰਾ ਕੇ। ਕੋਈ ਹੈ, ਕੋਈ ਕਿਸੇ ਕੋਲੇ ਕੋਈ ਜਵਾਬ ਹੈਗਾ? ਨਾ। ਇਹਨੂੰ ਕੀ ਕਹੋਗੇ? ਇਹਨੂੰ ਕਹੋਗੇ ਅੰਧ ਵਿਸ਼ਵਾਸ, ਇਹਨੂੰ ਕੀ ਕਹੋਗੇ? ਅਗਿਆਨਤਾ, ਇਹਨੂੰ ਕੀ ਕਹੋਗੇ? ਭੇਡ ਚਾਲ। ਇੱਕ ਸਵਾਲ ਸੀਗਾ ਕਿ ਇੱਕ ਵਾੜੇ ਵਿੱਚ 100 ਭੇਡਾਂ ਨੇ, ਇੱਕ ਵਾੜੇ ਵਿੱਚ 100 ਭੇਡਾਂ ਨੇ, ਇੱਕ ਭੇਡ ਬਾਹਰ ਨਿਕਲ ਗਈ, ਦੱਸੋ ਬਾਕੀ ਕਿੰਨੀਆਂ ਬਚੀਆਂ? ਪੜ੍ਹੇ ਲਿਖਿਆ ਨੇ ਕਿਹਾ ਜੀ 99, ਕਿਉਂਕਿ ਉਹ ਗਿਣਤੀ 'ਚ ਪੈ ਗਏ। ਤੇ ਜਿਹਦਾ ਤਜਰਬਾ ਸੀ ਉਹਨੇ ਕਿਹਾ ਜੀ ਇੱਕ ਵੀ ਨਹੀਂ ਬਚੀ। ਕਹਿੰਦੇ ਕਿਉਂ? ਕਹਿੰਦੇ ਭੇਡਾਂ ਨੂੰ ਬਿਮਾਰੀ ਹੁੰਦੀ ਹੈ, ਇੱਕ ਨਿਕਲ ਜੇ ਬਾਕੀਆਂ ਨੇ ਜਾਣਾ ਹੀ ਜਾਣਾ ਹੈ, ਭਾਵੇਂ ਉਹਨਾਂ ਨੂੰ ਮੁੜ ਕੇ ਵਾੜਾ ਟੱਪ ਕੇ ਕਿਉਂ ਨਾ ਜਾਣਾ ਪਵੇ। ਉਹ ਹਾਲਤ ਸਾਡੀ ਹੈ, ਸਾਡੀ ਵੀ ਭੇਡ ਚਾਲ ਹੈ। ਇੱਕ ਤੁਰਦਾ ਦੂਜਾ ਮਗਰ ਤੁਰ ਪੈਂਦਾ, ਕੋਈ ਕਿਸੇ ਨੂੰ ਪੁੱਛਣ ਲਈ ਤਿਆਰ ਨਹੀਂ। ਇਸ ਕਰਕੇ ਭਾਈ ਜਿਹੇ ਮਾਰਗ ਪੰਡਤ ਗਏ, ਪਾਛੇ ਪਰੀ ਬਹੀਰ, ਇੱਕ ਔ ਘਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਉਹ ਭਗਤੀ ਦੀ ਘਾਟੀ ਹੈ, ਭਗਤੀ ਦਾ ਮਾਰਗ ਹੈ, ਇਹ ਸਿਫਤੀ ਦਾ ਰਸਤਾ ਹੈ ਭਾਈ। ਹਾਂਜੀ। ਵੱਡੇ ਭਾਗ ਤੇ ਪ੍ਰਾਪਤ ਹੋਈ, ਭਵ ਸੰਤੋਖ ਸਿੰਘ ਸਿਮਰੇ ਸੋਈ। ਵੱਡੇ ਭਾਗ ਹੋਣਗੇ ਤਾਂ ਭਗਤੀ ਦੀ ਨਦੀ ਪ੍ਰਾਪਤ ਹੋਵੇਗੀ ਭਾਈ। ਤੇ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਮੈਂ ਤਾਂ ਉਸ ਗੁਰੂ ਨਾਨਕ ਨੂੰ ਸਿਮਰਦਾ ਜਿਸ ਗੁਰੂ ਨਾਨਕ ਨੇ ਸੰਸਾਰ ਨੂੰ ਬਾਣੀ ਦਿੱਤੀ ਹੈ। ਤੁਸੀਂ ਯਕੀਨ ਕਰਨਾ, ਸਾਡੇ ਵਿੱਚ ਬਾਣੀ ਤੋਂ ਉੱਪਰ ਕੋਈ ਕਰਮ ਧਰਮ ਹੈ ਹੀ ਨਹੀਂ। ਇਹ ਭਗਤੀਆਂ ਫਿਰ ਪੜ੍ਹ ਲਓ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਆਪਾਂ ਦਵਾਈਆਂ ਦੇ ਰਹੇ ਹਾਂ ਨਾ, ਇਹ ਭਗਤੀ ਤੋਂ ਉੱਪਰ ਨਹੀਂ ਹੈ। ਮੈਂ ਤਾਂ ਹੁਣ ਹਰ ਵਕਤ ਬੇਨਤੀ ਕਰ ਰਿਹਾ, ਉਹ ਦਵਾਈ ਲੈਣ ਵਾਲਿਓ ਦੁਆ ਕਰ ਲਓ, ਦਵਾਈ ਅਸਰ ਕਰ ਜਾਏਗੀ। ਔਰ ਇਹ ਗੱਲ ਮੈਂ ਵੀ ਸਿੱਖੀ ਹੈ, ਇਹ ਤੇ ਹੈ ਨਹੀਂ ਕਿ ਮੈਨੂੰ ਬਾਈ ਬਰਥੀ ਪਤਾ ਸੀ ਜੀ। ਮੈਂ ਵੀ ਉਹਨਾਂ ਗੁਰਮੁਖ ਰੱਬ ਨੂੰ ਮੰਨਣ ਵਾਲੇ ਡਾਕਟਰਾਂ ਤੋਂ ਸਿੱਖੀ ਹੈ ਜਿਨ੍ਹਾਂ ਨੇ ਦਵਾਈ ਦੇ ਕੇ ਪੇਸ਼ੈਂਟ ਨੂੰ ਕਿਹਾ ਹੈ ਕਿ ਦਵਾਈ ਮੈਂ ਦੇ ਰਿਹਾ, ਦਵਾ ਆਪ ਕਰਿਓ। ਮੈਂ ਤਾਂ ਐਸੇ ਵੀ ਡਾਕਟਰ ਵੇਖੇ ਨੇ ਜਿਹੜੇ ਕਹਿੰਦੇ ਨੇ ਕਿ ਭਾਈ ਦਵਾਈ ਖਾਣ ਲੱਗਿਆ ਵਾਹਿਗੁਰੂ ਜ਼ਰੂਰ ਕਹਿਣਾ ਹੈ, ਰੱਬ ਦਾ ਨਾਂ ਜ਼ਰੂਰ ਲੈਣਾ ਹੈ। ਦਵਾਈ ਤੋਂ ਪਹਿਲਾਂ ਦਵਾ ਦੀ ਲੋੜ ਹੈ। ਜੇ ਦਵਾ ਮਨਜ਼ੂਰ ਹੋ ਗਈ ਤੇ ਇੱਕ ਵਾਰੀ ਖਾਦੀ ਦਵਾਈ ਜਿਹੜੀ ਹੈ ਉਹ ਤਾਂ ਸਾਰੇ ਰੋਗ ਮਿਟਾ ਦੇਗੀ ਭਾਈ। ਦਵਾਖਾਨਿਆਂ ਦੀ ਸਾਡੇ ਵਿੱਚ ਮਰਿਆਦਾ ਹੈ। ਇਹ ਗੁਰੂ 7ਵੇਂ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ। ਹਾਂਜੀ।
ਸ਼੍ਰੀ ਗੁਰ ਚਰਨਨ ਧਿਆਨ ਤਰ ਪ੍ਰੇਮ ਨੀਰ ਤਹਿ ਪਾਏ। ਕਵੀ ਜੀ ਕਹਿੰਦੇ ਮੈਂ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ, ਮੈਂ ਗੁਰੂ ਦੀ ਇਸ ਭਗਤੀ ਦੀ ਨਦੀ ਦੇ ਵਿੱਚੋਂ ਪ੍ਰੇਮ ਦਾ ਨੀਰ ਜਲ ਪ੍ਰਾਪਤ ਕਰਦਾ। ਹਾਂਜੀ, ਕਵਤਾ ਕੁਸਮ ਪਰ ਫੁੱਲਹੀ ਸਫਲ ਅਰਥ ਸਮਦਾਏ। ਇਹ ਕਵਤਾ ਕੁਸਮ ਪ੍ਰਫੁੱਲ ਹੀ, ਜਦੋਂ ਮੈਂ ਗੁਰੂ ਦੇ ਕੋਲੋਂ ਪ੍ਰੇਮ ਦਾ ਜਲ ਲਵਾਂਗਾ ਤਾਂ ਫਿਰ ਇਹ ਜਿਹੜੇ ਕਵਤਾ ਦੇ ਫੁੱਲ ਨੇ ਇਹ ਪ੍ਰਫੁੱਲਤ ਹੋਣਗੇ। ਸੁਫਲ ਅਰਥ ਸਮਦਾਏ, ਇਹ ਕਥਾ ਜਿਹੜੀ ਹੈ ਇਹ ਫਲਦਾਇਕ ਹੋਏਗੀ। ਜਿਹੜਾ ਇਸ ਕਥਾ ਨੂੰ ਸੁਣੇਗਾ, ਜਿਹੜਾ ਇਸ ਕਥਾ ਨੂੰ ਪੜ੍ਹੇਗਾ, ਉਸ ਨੂੰ ਲਾਭ ਹੋਵੇਗਾ, ਉਹ ਲਾਹੇਵੰਦ ਹੋਵੇਗਾ। ਹਾਂਜੀ, ਚਲੇ ਪੰਥ ਨਾਥੰ ਭਏ ਦੋਨ ਸਾਥਾ ਦਇਆ ਸਿੰਧ ਰੂਰੀ ਭਣੇ ਗਿਆਨ ਗਾਥਾ। ਤਲਵੰਡੀ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਨੇ। ਇਹ ਨਾਥ ਨੇ, ਇਹ ਦੁਨੀਆ ਦੇ ਮਾਲਕ ਨੇ, ਦੋਨਾਂ ਲੋਕਾਂ ਦੇ ਆਪ ਨਾਥ ਨੇ, ਮਾਲਕ ਨੇ। ਦਇਆ ਸਿੰਧ ਰੂਰੀ ਭਣੇ ਗਿਆਨ ਗਾਥਾ। ਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਤੁਰੇ ਤੁਰੇ ਸਤਿਗੁਰੂ ਜਾਂਦੇ ਪ੍ਰੇਮ ਦੀ ਗਾਥਾ ਵੀ ਕਦੇ ਕਦੇ ਵਰਣਨ ਕਰਦੇ ਨੇ। ਹਾਂਜੀ, ਗਏ ਧਾਮ ਲਾਲੋ ਗੋਬਿੰਦੰਗ ਮੁਕੰਦਾ ਕਰੀ ਬੰਦਨਾ ਹੈਰਿਓ ਬਾੜ ਨੰਦਾ। ਜਦੋਂ ਸਤਿਗੁਰੂ ਪਹਿਲਾਂ ਗਏ ਸੀ ਐਮਨਾਬਾਦ, ਭਾਈ ਲਾਲੋ ਦੇ ਘਰ ਰਹੇ, 25 ਦਿਨ ਰਹੇ ਸੀ। ਉਹਨੇ ਕਿਹਾ ਮਹਾਰਾਜ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ 1 ਮਹੀਨੇ ਦਾ। ਸਤਿਗੁਰੂ ਕਹਿਣ ਲੱਗੇ 5 ਦਿਨ ਫੇਰ ਆ ਕੇ ਰਵਾਂਗੇ। ਹੁਣ ਫਿਰ ਤਲਵੰਡੀ ਤੋਂ ਵਾਪਸ ਸਤਿਗੁਰੂ ਐਮਨਾਬਾਦ ਆਏ ਨੇ ਤੇ ਭਾਈ ਲਾਲੋ ਦੇ ਘਰ ਗਏ। ਭਾਈ ਲਾਲੋ ਦੇ ਜਦੋਂ ਘਰ ਪਹੁੰਚਦੇ ਨੇ, ਗਏ ਧਾਮ ਲਾਲੋ ਗੋਬਿੰਦੰਗ ਮੁਕੰਦਾ ਕਰੀ ਬੰਦਨਾ ਹੇਰ ਬਾਢਿਓ ਆਨੰਦਾ। ਭਾਈ ਲਾਲੋ ਨੇ ਉੱਠ ਕੇ ਮੱਥਾ ਟੇਕਿਆ, ਗੁਰੂ ਨਾਨਕ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਹਾਂਜੀ, ਦਸਾਇਓ ਪ੍ਰਿਯੰਕੰ ਵਸਾਏ ਹੁਲਾਸੋ ਮਨੋ ਪਾਣ ਕੀਨੰ ਅਮੀ ਭੂਰ ਪਿਆਸੋ। ਗੁਰੂ ਜੀ ਵਾਸਤੇ ਉਸਨੇ ਪਲੰਗ ਦਸਾਇਆ। ਸਤਿਗੁਰੂ ਪਿਤਾ ਮਹਾਰਾਜ ਵਾਸਤੇ ਉਹਨੇ ਹਰ ਪ੍ਰਕਾਰ ਦੀ ਸੇਵਾ ਕੀਤੀ ਤੇ ਮਨੋ ਪਾਨ ਕੀਨੰ ਅਮੀ ਭੂਰ ਪਿਆਸਾ। ਅੱਜ ਗੁਰੂ ਦੇ ਦਰਸ਼ਨ ਕਰਕੇ ਇਉਂ ਲੱਗਦਾ ਹੈ ਕਿ ਤੇ ਬਹੁਤ ਪਿਆਸਾ ਮਨੁੱਖ ਸੀ। ਅੱਜ ਗੁਰੂ ਦੇ ਦਰਸ਼ਨਾਂ ਰੂਪੀ ਉਸ ਨੇ ਅੰਮ੍ਰਿਤ ਪੀਤਾ ਹੈ, ਤ੍ਰਿਪਤ ਹੋਇਆ ਹੈ। ਹਾਂਜੀ, ਰਹੇ ਪੰਚ ਰਹਿਣਾ ਚਲੇ ਫੇਰ ਆ ਗਏ ਲਏ ਨਾਮ ਜਾ ਕੇ ਵੱਡੇ ਪਾਪ ਭਾਗੇ। ਇੱਥੇ ਸਤਿਗੁਰੂ 5 ਰਾਤਾਂ ਭਾਈ ਲਾਲੋ ਦੇ ਘਰ ਰਹੇ। ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿੱਤਾ। ਇੱਥੋਂ ਸਤਿਗੁਰੂ ਜੀ ਫਿਰ ਅੱਗੇ ਚੱਲੇ ਨੇ। ਲਏ ਨਾਮ ਜਾ ਕੇ ਵੱਡੇ ਪਾਪ ਭਾਗੇ। ਇਹ ਉਹ ਗੁਰੂ ਨਾਨਕ ਨੇ, ਜੇ ਇੱਕ ਵਾਰੀ ਕਹੋਗੇ ਗੁਰੂ ਨਾਨਕ ਤਾਂ ਕਵੀ ਜੀ ਕਹਿੰਦੇ ਤੁਹਾਡੇ ਜੀਵਨ ਦੇ ਪਾਪ ਮੁੱਕ ਜਾਣਗੇ। ਇਹ ਉਹ ਨਾਮ ਹੈ ਜਿਸ ਨਾਮ ਨੂੰ ਲਿਆ, ਜਿਸ ਨਾਮ ਨੂੰ ਬੋਲਿਆ, ਜਿਸ ਨਾਮ ਨੂੰ ਸਿਮਰਿਆ, ਲੋਕ ਤੇ ਪਰਲੋਕ ਸਵਰਦਾ ਹੈ। ਇਹ ਸਾਡੀਆਂ ਮਨੌਤਾਂ ਨੇ। ਸਵੇਰੇ ਉੱਠ ਕੇ ਕਿਸੇ ਨੇ ਨਾ, ਪਤਾ ਤੁਹਾਨੂੰ ਦੁਨੀਆ ਸਵੇਰੇ ਉੱਠ ਕੇ ਬਾਂਦਰ ਦਾ ਨਾਂ ਨਹੀਂ ਲੈਂਦੀ, ਮੁੜ ਕੇ ਸਾਰਾ ਦਿਨ ਉਹਨੂੰ ਕੇਲੇ ਪਾਉਂਦੀ ਫਿਰਦੀ ਹੈ ਬਾਂਦਰਾਂ ਨੂੰ। ਮੁੜ ਕੇ ਬਾਂਦਰਾਂ ਦੇ ਮਗਰ ਲੋਕ ਬ੍ਰੈਡ ਲੈ ਕੇ ਤੁਰੇ ਫਿਰਦੇ ਨੇ। ਪਰ ਜੇ ਸਵੇਰੇ ਉੱਠ ਕੇ ਕੋਈ ਬਾਂਦਰ ਦਾ ਨਾਂ ਲੈ ਦੇ ਤੇ ਫਿਰ ਤੜਫ ਤੜਫ ਕੇ ਪੈਂਦੇ ਨੇ ਵੀ ਤੂੰ ਸਵੇਰੇ ਸਵੇਰੇ ਬਾਂਦਰ ਦਾ ਨਾਂ ਕਿਵੇਂ ਲੈਤਾ। ਤੇ ਕਈ ਬੰਦੇ ਵੀ ਬਾਂਦਰਾਂ ਵਰਗੇ ਹੁੰਦੇ ਨੇ। ਅਗਰ ਉਹਨਾਂ ਦਾ ਵੀ ਕੋਈ ਪਰਿਵਾਰ ਵਿੱਚ ਸਵੇਰੇ ਕੋਈ ਨਾਂ ਲੈ ਦੇਵੇ ਤੇ ਸਾਰਾ ਪਰਿਵਾਰ ਗੁੱਸਾ ਕਰਦਾ ਹੈ ਵੀ ਏਡੇ ਮਾੜੇ ਬੰਦੇ ਦਾ ਨਾਂ ਲੈ ਕੇ ਸਵੇਰੇ, ਏਡੇ ਮਾੜੇ ਬੰਦੇ ਦਾ ਨਾਂ ਸਵੇਰੇ ਉੱਠ ਕੇ ਲੈਣ ਦੀ ਕੀ ਲੋੜ ਸੀ। ਇਹਨਾਂ ਗੱਲਾਂ ਨੇ ਹੀ ਸਾਡਾ ਵਿਸ਼ਵਾਸ ਦ੍ਰਿੜ ਕੀਤਾ ਹੈ ਕਿ ਭਾਈ ਜਦੋਂ ਸਵੇਰੇ ਉੱਠੋ ਵਾਹਿਗੁਰੂ ਆਖੋ, ਸਵੇਰੇ ਉੱਠੋ ਮੂਲ ਮੰਤਰ ਦਾ ਪਾਠ ਕਰੋ, ਜਪਜੀ ਦਾ ਪਾਠ ਕਰੋ, ਸਵੇਰੇ ਉੱਠ ਕੇ ਬਾਣੀ ਪੜੋ,
ਆਪੇ ਤੁਹਾਡਾ ਦਿਨ ਚੰਗਾ ਹੋਏਗਾ। ਕਵੀ ਜੀ ਕਹਿੰਦੇ ਗੁਰੂ ਨਾਨਕ ਦੇ ਪਿਤਾ ਜੀ ਦਾ ਨਾਮ ਲਈਏ ਤੇ ਵੱਡੇ ਪਾਪ ਮਿਟਦੇ ਨੇ। ਹਾਂਜੀ। ਪਦੰਗ ਬੰਦ ਲਾਲੋ ਗਇਓ ਦੂਰ ਸੰਗੰ, ਮੁਰੇ ਨਾ ਕਰੰ ਪ੍ਰੇਮ ਪੂਰ ਉਮੰਗੰ। ਭਾਈ ਲਾਲੋ ਗੁਰੂ ਨਾਨਕ ਸਾਹਿਬ ਨੂੰ ਵਿਦਾ ਕਰਨ ਵਾਸਤੇ ਦੂਰ ਤੱਕ ਗਿਆ। ਹੁਣ ਜਿਵੇਂ ਜਿਵੇਂ ਨਗਰ ਤੋਂ ਐਮਨਾਬਾਦ ਤੋਂ ਬਾਹਰ ਆਏ ਸਤਿਗੁਰੂ ਘੜੀ ਘੜੀ ਕਹਿੰਦੇ ਨੇ ਕਿ ਲਾਲੋ ਜਾਓ, ਹੁਣ ਤੁਸੀਂ ਭਾਈ ਲਾਲੋ ਜਾਓ, ਜਾ ਕੇ ਆਪਣੀ ਕਿਰਤ ਸੰਭਾਲੋ, ਆਪਣਾ ਘਰ ਸੰਭਾਲੋ ਜਾ ਕੇ। ਪਰ ਭਾਈ ਲਾਲੋ ਦਾ ਮੁੜਨ ਨੂੰ ਜੀ ਨਹੀਂ ਕਰਦਾ, ਪਤਾ ਹੀ ਨਹੀਂ ਮੁੜ ਕੇ ਕਦੋਂ ਮਿਲਣਾ ਹੈ, ਨਹੀਂ ਮਿਲਣਾ। ਹੁਣ ਸਾਨੂੰ ਤੇ ਇਹ ਵੀ ਹੰਕਾਰ ਹੈ, ਪਹਿਲਾਂ ਜਦੋਂ ਵੀ ਲੋਕ ਵਿਛੜਦੇ ਸੀ ਨਾ, ਇੱਕ ਦੂਜੇ ਨਾਲ ਬੜਾ ਨਿੱਘ ਸਨੇਹ ਕਰਕੇ ਵਿਛੜਦੇ ਸੀ, ਪਤਾ ਨਹੀਂ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ। ਮੈਨੂੰ ਹੁਣ ਵੀ ਯਾਦ ਹੈ, ਸਾਡੇ ਇੱਕ ਸਾਥੀ ਭਾਈ ਸਾਹਿਬ ਭਾਈ ਵਿਸਾਖਾ ਸਿੰਘ ਹੋਰੀ ਚੜ੍ਹਾਈ ਕਰ ਗਏ। ਉਹਨਾਂ ਦੀ ਸਵੇਰੇ ਡਿਊਟੀ ਸੀ, ਜਦੋਂ ਅਗਲੇ ਦਿਨ ਉਹਨਾਂ ਡਿਊਟੀ ਤੇ ਆਉਣਾ ਸੀ ਤੇ ਨਹੀਂ ਆਏ, ਤੇ ਮੈਨੂੰ ਮੇਰੇ ਨਾਲ ਦੇ ਸਾਥੀਆਂ ਨੇ ਦੱਸਿਆ ਵੀ ਉਹਨਾਂ ਦੀ ਸਿਹਤ ਠੀਕ ਨਹੀਂ। ਫਿਰ ਪਤਾ ਲੱਗਾ ਹਸਪੀਟਲ ਲੈ ਗਏ, ਫਿਰ ਪਤਾ ਲੱਗਾ ਤੇ ਪੌਣੇ ਘੰਟੇ 'ਚ ਪੂਰੇ ਹੋ ਗਏ। ਤੇ ਮੈਨੂੰ ਹੁਣ ਤੱਕ ਯਾਦ ਹੈ ਕਿ ਜਿੱਦਣ ਉਹਨਾਂ ਦੀ ਮੌਤ ਹੁੰਦੀ ਉਸ ਤੋਂ ਇੱਕ ਦਿਨ ਪਹਿਲਾਂ ਉਹ ਮੇਰੇ ਨਾਲ ਬੈਠੇ ਨੇ, ਤੇ ਜੇ ਮੇਰਾ ਖਿਆਲ ਮੈਂ ਠੀਕ ਮੈਨੂੰ ਯਾਦ ਹੋਵੇ ਤੇ 8 ਵਜੇ ਪਹਿਲੀ ਡਿਊਟੀ ਖਤਮ ਹੁੰਦੀ ਹੈ। ਤੇ ਐਦਾਂ ਮੈਨੂੰ ਗੋਡੇ ਤੇ ਹੱਥ ਲਾ ਕੇ ਕਹਿਣ ਲੱਗੇ ਭਾਈ ਸਾਹਿਬ ਜੀ ਆ ਗਿਆ, ਮੈਂ ਜਾਵਾਂ। ਉਹ ਮੈਂ ਕੰਨ ਅਜੇ ਤੱਕ ਮੇਰੇ ਕੰਨਾਂ 'ਚ ਆਵਾਜ਼ ਹੈ, ਪਤਾ ਹੀ ਨਹੀਂ ਸੀ ਵੀ ਕੱਲ ਮੁੜ ਕੇ ਇਹਨੇ ਮੇਰੇ ਨਾਲ ਬਹਿਣਾ ਹੀ ਨਹੀਂ, ਆਉਣਾ ਹੀ ਨਹੀਂ ਇਹਨੇ। ਆਪਾਂ ਜਦੋਂ ਵੀ ਵਿਛੜਦੇ ਆ ਆਪਾਂ ਨੂੰ ਕੀ ਪਤਾ ਮੁੜ ਕੇ ਮਿਲਾਂਗੇ ਕਿ ਨਹੀਂ ਮਿਲਾਂਗੇ। ਭਾਈ ਲਾਲੋ ਨੂੰ ਸਤਿਗੁਰੂ ਕਹਿੰਦੇ ਨੇ ਤੁਸੀਂ ਮੁੜ ਜਾਓ, ਪਰ ਮੁਰੇ ਨਾ ਘਰੰ ਪ੍ਰੇਮ ਪੂਰੰ ਅਮੰਗ। ਕਹਿੰਦੇ ਮੁੜਨਾ ਨਹੀਂ ਚਾਹੁੰਦਾ, ਇੰਨਾ ਹਿਰਦਾ ਉਹਦਾ ਗੁਰੂ ਦੇ ਪ੍ਰੇਮ ਦੇ ਵਿੱਚ ਭਰਿਆ, ਭਿੱਜਿਆ ਹੋਇਆ ਹੈ। ਹਾਂਜੀ। ਭਣਿਓ ਬਾਰ ਬਾਰੰ ਮੁਰਿਓ ਧਾਮ ਆਂਗੰ, ਰਿਦੇ ਮੈਂ ਗੁਰੂ ਰੂਪ ਤੈ ਸੁਭ ਸਾਯੰ। ਭੰਨਿਓ ਬਾਰ ਬਾਰੰ ਮੁਰਿਓ ਧਾਮ ਆਯੰ। ਬਾਰ ਬਾਰ ਸਤਿਗੁਰਾਂ ਨੇ ਕਿਹਾ ਨਹੀਂ ਲਾਲੋ ਤੂੰ ਦੂਰ ਚਲਾ ਜਾਏਗਾ, ਫਿਰ ਕੱਲਾ ਵਾਪਸ ਕਿਵੇਂ ਮੁੜੇਗਾ, ਨਹੀਂ ਤੁਸੀਂ ਮੁੜ ਜਾਓ। ਅਖੀਰ ਭਾਈ ਲਾਲੋ ਮੁੜੇ ਨੇ। ਰਿਦੇ ਮੈਂ ਗੁਰੂ ਰੂਪ ਤੈਸੇ ਬਸਾਏ। ਪਰ ਭਾਈ ਲਾਲੋ ਨੇ ਆਪਣੇ ਹਿਰਦੇ ਵਿੱਚ ਗੁਰੂ ਨਾਨਕ ਦੇ ਰੂਪ ਨੂੰ ਵਸਾ ਲਿਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ। ਹਾਂਜੀ। ਜਹਾਂ ਦੇਸ਼ ਮੰਤਰੰ ਢਾਕਾ ਬਗਾਲਾ, ਤਹਾਂ ਕੋ ਚਲੇ ਪ੍ਰਾਗ ਦੀਨੰ ਦਿਆਲਾ। ਹੁਣ ਇਥੋਂ ਸਤਿਗੁਰੂ ਚੱਲੇ ਨੇ ਢਾਕੇ ਬੰਗਾਲੇ ਨੂੰ। ਸਤਿਗੁਰੂ ਢਾਕੇ ਵੱਲ ਚੱਲੇ ਨੇ, ਬੰਗਲਾਦੇਸ਼ ਵਾਲੇ ਪਾਸੇ ਚੱਲੇ ਨੇ। ਉਹ ਕੀ ਹੈ? ਜਹਾਂ ਦੇਸ਼ ਮੰਤਰੰ, ਇਹ ਮੰਤਰਾਂ ਦਾ ਮੁਲਕ ਹੈ। ਸਭ ਲੋਕ ਉੱਥੇ ਮੰਤਰ ਜਾਣਦੇ ਨੇ, ਮੰਤਰਾਂ ਦੀਆਂ ਸਿੱਧੀਆਂ ਕੱਢਦੇ ਰਹਿੰਦੇ ਨੇ, ਇੱਕ ਦੂਜੇ ਤੇ ਮੰਤਰਾਂ ਦੇ ਵਾਰ ਕਰਦੇ ਰਹਿੰਦੇ ਨੇ। ਇਹ ਉਹ ਮੁਲਕ ਹੈ ਜਿੱਥੇ ਮੰਤਰਾਂ ਦਾ ਬੋਲ ਬਾਲਾ ਹੈ। ਆ ਜਿਹੜੇ ਫੂਕਾਂ ਫਾਕਾਂ ਮਾਰਨ ਵਾਲੇ ਹੁੰਦੇ ਨੇ ਨਾ, ਆਪਾਂ ਇਹਨਾਂ ਨੂੰ ਮੰਤਰ ਕਹਿੰਦੇ ਆ। ਤਹਾਂ ਕੋ ਚੱਲੇ ਪ੍ਰਾਕ ਦੀਨੰਗ ਦਿਆਲਾ। ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਉਧਰ ਨੂੰ ਚੱਲੇ ਨੇ। ਪਹਿਲੀ ਐਮਨਾਬਾਦ ਤੋਂ ਸਤਿਗੁਰੂ ਜੀ ਨੇ ਜਿਹੜੀ ਯਾਤਰਾ ਅੱਗੇ ਆਰੰਭੀ ਹੈ ਉਹ ਢਾਕੇ ਬੰਗਾਲੇ ਵੱਲ ਹੈ। ਹਾਂਜੀ। ਗਤੀ ਮੰਦ ਮੰਦੰ ਪਦੰਗ ਪੰਥ ਪਾਵੇ, ਬਸੇ ਰਹਿਣ ਮਾਹੀ ਚਲੇ ਦਿਉਸ ਜਾਵੇ। ਸਤਿਗੁਰੂ ਬੜੇ ਸਹਿਜ ਵਿੱਚ ਤੁਰਦੇ ਨੇ। ਬਸੇ ਰਹਿਣ ਮਾਹੀ ਚੱਲੇ ਦਿਉਸ ਜਾਵੇ। ਰਾਤ ਆਉਂਦੀ ਹੈ ਤੇ ਟਿਕ ਜਾਂਦੇ ਨੇ, ਦਿਨ ਆਉਂਦਾ ਤੇ ਫਿਰ ਤੁਰ ਪੈਂਦੇ ਨੇ, ਪੂਰਾ ਦਿਨ ਸਫ਼ਰ ਕਰਦੇ ਨੇ। ਹਾਂਜੀ। ਇਸੀ ਭਾਂਤ ਬੀਤੇ ਜਬੇ ਦਿਉਸ ਤੀਨੰ, ਆਹਾਰੰ ਕਿਸੂ ਥਾਨ ਲੀਨੰ ਨਾ ਕੀਨੰ। ਕਵੀ ਜੀ ਕਹਿੰਦੇ 3 ਦਿਨ ਚਲੇ ਗਏ। ਇੱਕ ਦਿਨ
ਭਾਈ ਲਾਲੋ ਦੇ ਘਰੋਂ ਤੁਰੇ, ਸਾਰਾ ਦਿਨ ਤੁਰਦੇ ਰਹੇ। ਦੂਸਰਾ ਦਿਨ ਫਿਰ ਰਸਤੇ ਵਿੱਚ ਰਾਤ ਕੱਟੀ, ਫਿਰ ਤੁਰਦੇ ਰਹੇ। ਹੁਣ ਦੂਸਰੀ ਰਾਤ ਰਸਤੇ ਵਿੱਚ ਕੱਟੀ, ਤੀਸਰਾ ਦਿਨ ਆਇਆ, ਫਿਰ ਤੁਰਦੇ ਰਹੇ। ਚਲਦਿਆਂ ਚਲਦਿਆਂ ਤੀਸਰਾ ਦਿਨ ਬਤੀਤ ਹੋ ਗਿਆ। ਹਾਂਜੀ। ਸ਼ੁੱਧਾ ਹੈ ਨਾ ਮੋਹ ਕੋ ਗੁਰੂ ਧੀਰ ਦੀਨੰ, ਅਨੰਦੰ ਦਿਨੰ ਰੈਨ ਸ਼ੋਕੰ ਬਹੀਨੰ। ਪਰ ਆਹਾਰੰ ਕਿਸੂ ਥਾਨ ਲੀਨੰ ਨਾ ਕੀਨੰ, ਨਾ ਭੋਜਨ ਕਿਤਿਓ ਲਿਆ, ਨਾ ਛਕਿਆ, ਨਾ ਆਪ ਛਕਿਆ, ਨਾ ਆਪਣੇ ਜਿਹੜੇ ਸੇਵਕ ਸੀ ਉਹਨਾਂ ਨੂੰ ਛਕਾਇਆ। ਸ਼ੁਦਾ ਹਵੈ ਨਾ ਮੋਕੋ ਗੁਰੂ ਧੀਰ ਦੀਨੰ, ਆਨੰਦੰ ਦਿਨੰ ਰੈਣ ਸ਼ੋਕੰ ਬਹੀਨੰ। ਸ਼ੁਦਾ ਹਵੈ ਨਾ ਮੋਕੋ, ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਪੁੱਛਦੇ ਨੇ ਕਿ ਦੱਸ ਭਾਈ ਬਾਲੇ ਤੈਨੂੰ ਭੁੱਖ ਲੱਗੀ ਹੈ, ਫਿਰ ਕੀ ਹੁੰਦਾ ਹੈ? ਗੁਰੂ ਧੀਰ ਦੇਣੇ ਤੇ ਆਪਣੀ ਕਿਰਪਾ ਵੀ ਕਰ ਦਿੰਦੇ ਨੇ। ਤੇ ਉਹ ਕਹਿੰਦਾ ਵੀ ਨਹੀਂ ਜੀ ਮੈਨੂੰ ਤਾਂ ਭੁੱਖ ਨਹੀਂ ਲੱਗੀ। ਆਨੰਦੰ ਦਿਨੰ ਰਹਿਣ ਸ਼ੋਕੰ ਬਹੀਨੰ, ਨਹੀਂ ਜੀ ਤੁਹਾਡੀ ਕਿਰਪਾ ਆਨੰਦ ਹੀ ਆਨੰਦ ਹੈ। ਕੋਈ ਗਮੀ, ਕੋਈ ਸ਼ੋਕ, ਕੋਈ ਦੁੱਖ, ਕੋਈ ਅਕੇਵਾ, ਕੋਈ ਥਕੇਵਾ, ਸੱਚੇ ਪਾਤਸ਼ਾਹ ਕੁਝ ਵੀ ਨਹੀਂ ਹੈ। ਹਾਂਜੀ। ਸ਼ੁੱਧਾ ਲਗੀ ਵਿਆਕੁਲ ਪਇਓ, ਮਰਦਾਨਾ ਅਕਲਾਏ। ਪਰ ਇਧਰ ਭਾਈ ਮਰਦਾਨਾ ਜੀ ਉਕਲਾ ਗਏ। ਹੁਣ ਇਹ ਵੀ ਗੁਰੂ ਨਾਨਕ ਦੀ ਮਾਇਆ ਹੈ। ਭਾਈ ਮਰਦਾਨੇ ਨੂੰ ਇਤਨੀ ਭੁੱਖ ਲੱਗੀ ਹੈ ਕਿ ਉਹ ਵਿਆਕਲ ਹੋ ਗਿਆ, ਭੁੱਖ ਦੇ ਨਾਲ, ਪਿਆਸ ਦੇ ਨਾਲ। ਹਾਂਜੀ। ਸਮੇਤ ਹੇਤ ਕਾਰਨ ਕਰਨਾ, ਤਹ ਔਰ ਭੂਖ ਲਗਾਏ। ਸਮਤ ਹੇਤ ਕਾਰਨ ਕਰਨ। ਕਵੀ ਜੀ ਕਹਿੰਦੇ ਜੇ ਸਤਿਗੁਰੂ ਚਾਹੁੰਦੇ ਤੇ ਭੁੱਖ ਭਾਈ ਮਰਦਾਨੇ ਨੂੰ ਵੀ ਨਹੀਂ ਲੱਗ ਸਕਦੀ। ਪਰ ਕਿਉਂ ਭੁੱਖ ਲਾਉਂਦੇ ਨੇ? ਸਤਿਗੁਰੂ ਭਾਈ ਮਰਦਾਨੇ ਨੂੰ ਸਮਤ ਦੇਣੀ ਚਾਹੁੰਦੇ ਨੇ, ਤੇ ਭਾਈ ਮਰਦਾਨੇ ਦੇ ਰਾਹੀਂ ਸਾਨੂੰ ਸਮਤ ਦੇਣੀ ਚਾਹੁੰਦੇ ਨੇ। ਪਰਥਾਏ ਸਾਖੀ ਮਹਾਪੁਰਖ, ਬੋਲਦੇ ਸਾਂਝੀ ਸਗਲ ਜਹਾਨੇ। ਇਹ ਬਹੁਤ ਵੱਡੀ ਸਿੱਖਿਆ ਵਾਸਤੇ ਸੀ। ਸਿੱਖਿਆ ਕੀ ਹੈ ਕਿ ਸਮਝਾਇਆ ਜਾਏ। ਤਹ ਔਰ ਭੂਖ ਲਗਾਏ। ਜਿਹੜੀ ਭਾਈ ਮਰਦਾਨੇ ਨੂੰ ਘੜੀ ਘੜੀ ਭੁੱਖ ਲੱਗਦੀ ਹੈ, ਇਹ ਭੁੱਖੇ ਨਹੀਂ ਹੈ ਕਿ ਭਾਈ ਮਰਦਾਨਾ ਇੱਕ ਨੀਵੀਂ ਅਖੌਤੀ ਜਾਤੀ ਵਿੱਚੋਂ ਸੀ, ਇਸ ਕਰਕੇ ਉਹ ਤੇ ਭੁੱਖਾ ਹੀ ਸੀ ਜੀ। ਉਹਨੇ ਤੇ ਕਦੇ ਕੁਝ ਖਾਧਾ ਹੀ ਨਹੀਂ ਸੀ ਜੀ, ਉਹਨੇ ਤੇ ਕਦੇ ਕੁਝ ਵੇਖਿਆ ਹੀ ਨਹੀਂ ਸੀ ਜੀ। ਐਸਾ ਨਹੀਂ ਹੈ। ਇਹ ਵੀ ਗੁਰੂ ਨਾਨਕ ਦੀ ਮਾਇਆ ਸੀ ਕਿ ਨਾਲ ਭਾਈ ਬਾਲਾ ਹੈ, ਉਸ ਨੂੰ ਭੁੱਖ ਨਹੀਂ ਲੱਗਦੀ। ਮਰਦਾਨਾ ਹੈ, ਉਸ ਨੂੰ ਭੁੱਖ ਲੱਗਦੀ ਹੈ। ਹਾਂਜੀ। ਪੂਰ ਸ਼ੁਦਾ ਖਿਜ ਹੈ ਮਨ ਮੈਂ, ਕੁਛ ਭਾਖਤ ਨਾ ਮੁਖ ਤੇ ਮਰਦਾਨਾ। ਪੂਰ ਸ਼ੁਦਾ, ਭੁੱਖ ਹੋਰ ਵਧੀ। ਖਿਜ ਹੈ ਮਨ ਮੇ, ਅੰਦਰ ਗੁੱਸਾ ਹੁੰਦਾ ਹੈ ਕਿ ਕੀ ਕਰੀ ਜਾਂਦੇ ਨੇ ਗੁਰੂ ਨਾਨਕ ਦੇ ਮਹਾਰਾਜ, ਰੁਕਦੇ ਹੀ ਨਹੀਂ ਕਿਤੇ। ਕੋਈ ਪ੍ਰਸ਼ਾਦਾ ਭੋਜਨ ਕਿਤੋਂ ਲੈਂਦੇ ਹੀ ਨਹੀਂ, ਨਾ ਛਕਦੇ ਨੇ, ਨਾ ਛਕਾਉਂਦੇ ਨੇ, ਨਾ ਖਾਂਦੇ ਨੇ, ਨਾ ਖਵਾਉਂਦੇ ਨੇ। ਮਨ ਵਿੱਚ ਖਿਜ ਹੈ। ਕੁਛ ਭਾਖਤ ਨਾ ਮੁਖ ਤੇ ਮਰਦਾਨਾ, ਤੇ ਡਰਦਾ ਬੋਲਦਾ ਵੀ ਨਹੀਂ ਵੀ ਜੇ ਮੈਂ ਬੋਲਾਂਗਾ ਤੇ ਬਾਬਾ ਨਾਨਕ ਨਾਰਾਜ਼ ਹੋਣਗੇ। ਬੋਲਦਾ ਕੁਝ ਨਹੀਂ ਹੈ, ਪਰ ਮਨ ਵਿੱਚ ਖਿਜ ਆ ਗਈ, ਚਿੜਚਿੜਾਪਣ ਆ ਗਿਆ ਕਿ ਮੈਂ ਤੇ ਏਦਾਂ ਭੁੱਖਾ ਪਿਆਸਾ ਹੀ ਮਰ ਜਾਵਾਂਗਾ। ਹਾਂਜੀ। ਓ ਜਬਹੀਨ ਸਰੀਰ ਅਤੀਰ, ਭਇਓ ਸਿਥਲੰਗ ਹਿਰਦੇ ਦੁਖ ਮਾਨਾ। ਇਸ ਤਰ੍ਹਾਂ ਓਜ ਬਹੀਨ ਭਾਈ ਮਰਦਾਨੇ ਦੀ ਹਾਲਤ ਇਹ ਹੈ ਕਿ ਤਾਕਤ ਤੋਂ ਬਗੈਰ ਸਰੀਰ ਧੀਰਜ ਛੱਡ ਗਿਆ, ਅਧੀਰਜ ਆ ਗਿਆ। ਫਿਰ ਹਿਰਦੇ ਦੁੱਖ ਮਾਨਾ, ਮਨ ਵਿੱਚ ਬੜਾ ਦੁੱਖ ਹੈ। ਇਹ ਕੀ ਹੋਇਆ ਭਲਾ? ਜੇ ਨਾਲ ਤੋਰੀ ਪਏ ਆ ਤੇ ਬਾਬੇ ਨੂੰ ਸਾਡਾ ਫਿਕਰ ਨਹੀਂ ਕਰਨਾ ਚਾਹੀਦਾ? ਤੁਸੀਂ ਨਹੀਂ ਖਾਣੀ ਨਾ ਖਾਓ, ਤੁਸੀਂ ਨਹੀਂ ਪਾਣੀ ਪੀਣਾ ਜਲ ਪੀਣਾ ਨਾ ਪੀਓ। ਪਰ ਅਸੀਂ ਤੇ ਸੰਸਾਰੀ ਜੀਵ ਆ, ਸਾਨੂੰ ਤਾਂ ਭੁੱਖ ਵੀ ਲੱਗੇਗੀ, ਪਿਆਸ ਵੀ ਲੱਗੇਗੀ। ਹਾਂਜੀ। ਸੰਗਤ ਕਿਉ ਨਿਭ ਹੈ ਇਨ ਕੀ,
ਮੁਖ ਖਾਤ ਨ ਆਹਾਰ ਖਾਣ ਨਾ ਪਾਨਾ। ਮੈਂ ਮਰਦਾਨਾ ਇਹਨਾਂ ਦੀ ਸੰਗਤ ਕਿਵੇਂ ਕਰਾਂਗਾ, ਇਹਨਾਂ ਦੀ ਸੰਗਤ ਵਿੱਚ ਕਿਵੇਂ ਰਵਾਂਗਾ। ਇਹਨਾਂ ਨੂੰ ਤਾਂ ਨਾ ਭੁੱਖ ਲੱਗੇ ਨਾ ਇਹਨਾਂ ਨੇ ਕੁਝ ਖਾਣਾ ਹੈ। ਸੰਗਤ ਕਿਉਂ ਨਿਭ ਹੈ ਇਨ ਕੀ ਮੁਖ ਖਾਤ ਆਹਾਰ ਨਾ ਪਾਨ ਰਪਾਨਾ। ਨਾ ਇਹ ਕੁਝ ਖਾਂਦੇ ਨੇ ਨਾ ਪੀਂਦੇ ਨੇ, ਇਹਨਾਂ ਨੂੰ ਤਾਂ ਭੁੱਖ ਨਹੀਂ ਲੱਗਦੀ। ਪਰ ਮੈਨੂੰ ਜਿਹਨੂੰ 3 ਟਾਈਮ ਭੁੱਖ ਲੱਗਦੀ, 2 ਵਕਤ ਭੁੱਖ ਲੱਗਦੀ ਹੈ, ਮੈਂ ਕਿਵੇਂ ਕਰਾਂ ਬਈ। ਹਾਂਜੀ, ਹਉ ਇਹ ਭਾਂਤ ਮਾਰੋ ਕਿਹ ਥਾਨ ਬਹੀਨ ਆਹਾਰ ਰਹੇ ਉਦ ਆਨਾ। ਹਾਂ ਇਹ ਭਾਂਤ ਮਰੋ ਕੇ ਥਾਨ। ਨਹੀਂ, ਇਸ ਤਰ੍ਹਾਂ ਤੇ ਮੈਂ ਘਰ ਵਾਪਸ ਨਹੀਂ ਮੁੜਦਾ। ਬਸ ਉਹ ਕੋਈ ਦਿਨ ਆਉਣ ਵਾਲਾ ਹੈ, ਏਦਾਂ ਹੀ ਚੱਲਦਿਆਂ ਚੱਲਦਿਆਂ ਕਿਤੇ ਰਾਹ 'ਚ ਮੇਰੀ ਮੌਤ ਹੋ ਜਾਏਗੀ, ਮਰ ਜਾਵਾਂਗਾ ਮੈਂ। ਬਹੀਨ ਆਹਾਰ ਰਹੇ ਉਦਿਆਨਾ, ਤੇ ਜੰਗਲ ਵਿੱਚ ਮੇਰਾ ਸਰੀਰ ਸੁੱਟ ਦਿੱਤਾ ਜਾਏਗਾ। ਇਹਨਾਂ ਦੇ ਕੋਲ ਕਿਹੜੀ ਕੋਈ ਮੈਨੂੰ ਦਫਨਾਉਣ ਵਾਸਤੇ ਕੋਈ ਇਹਨਾਂ ਕੋਲੇ ਕੋਈ ਸੌਜ ਸਮੱਗਰੀ ਹੈ। ਦੇਖੋ, ਅਗਰ ਕਿਸੇ ਮੁਸਲਮਾਨ ਨੂੰ ਦਬਾਉਣਾ ਹੋਵੇ ਨਾ, ਦਫਨ ਕਰਨਾ ਹੋਵੇ, ਤੇ ਉਹਦੇ ਲਈ ਵੀ ਕਬਰ ਪੁੱਟਣੀ ਪੈਂਦੀ ਹੈ। ਉਹਦੀ ਵੀ ਇੱਕ ਬਕਾਇਦਾ ਵਿਧੀ ਹੈ, ਮਰਿਆਦਾ ਹੈ। ਉਹ ਕਹਿੰਦੇ ਇਹਨਾਂ ਕੋਲ ਤਾਂ ਉਹ ਵੀ ਕੁਝ ਨਹੀਂ। ਏਦਾਂ ਹੀ ਤੁਰੇ ਤੁਰੇ ਜਾਂਦੇ ਨੂੰ ਭੁੱਖਿਆਂ ਨੂੰ ਮੈਨੂੰ ਮਾਰ ਦੇਣਗੇ, ਏਦਾਂ ਹੀ ਫਿਰ ਮੈਨੂੰ ਜੰਗਲ ਵਿੱਚ ਇਹ ਸੁੱਟ ਦੇਣਗੇ। ਮੇਰੀ ਕਿਹੜਾ ਇਹਨਾਂ ਨੇ ਕੋਈ ਕਬਰ ਬਣਾਉਣੀ ਹੈ। ਹਾਂਜੀ, ਸ਼੍ਰੀ ਗੁਰ ਜੀ ਤਹਿ ਅੰਤਰ ਕੀ ਗਤ ਜਾਣਨ ਹਾਰ ਸਭੇ ਬਿਦ ਜਾਨਾ। ਇਹ ਹਾਲਤ ਸੀ ਭਾਈ ਮਰਦਾਨੇ ਦੇ ਅੰਦਰ ਦੀ। ਆਪਾਂ ਰੋਜ਼ ਪੜ੍ਹਦੇ ਹਾਂ ਨਾ ਕਿ ਘਟ ਘਟ ਕੇ ਅੰਤਰ ਕੀ ਜਾਣਤ। ਭਾਈ ਮਰਦਾਨਾ ਬੋਲ ਕੁਝ ਨਹੀਂ ਰਿਹਾ, ਉਹਦੇ ਮਨ ਦੀ ਅਵਸਥਾ ਹੈ, ਮੈਂ ਇਦਾਂ ਹੀ ਭੁੱਖਾ ਮਰ ਜਾਵਾਂਗਾ, ਇਦਾਂ ਹੀ ਮੇਰਾ ਸਰੀਰ ਜੰਗਲ ਵਿੱਚ ਸੁੱਟ ਦਿੱਤਾ ਜਾਏਗਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਜਾਣ ਲਿਆ। ਸ਼੍ਰੀ ਗੁਰ ਜੀ ਤੈ ਅੰਤਰ ਕੀ ਗਤ ਜਾਣਨ ਹਾਰ ਸਭੈ ਬਿਦ ਜਾਨਾ। ਅੰਤਰਜਾਮੀ ਗੁਰੂ ਨਾਨਕ ਨੇ ਜਾਣ ਲਿਆ ਕਿ ਮਰਦਾਨੇ ਦੇ ਅੰਦਰ ਕੀ ਚੱਲਦਾ ਹੈ, ਮਰਦਾਨੇ ਦੇ ਅੰਦਰ ਕੀ ਹੋ ਰਿਹਾ ਹੈ। ਹਾਂਜੀ, ਆਨਨ ਸੋ ਮੁਸ਼ਕਾਵਤ ਮੰਦ ਬਲੋਕਤ ਦੇਤ ਆਨੰਦ ਕੋ ਦਾਨਾ। ਸਤਿਗੁਰੂ ਜੀ ਨੇ ਮੁਸਕਰਾ ਕੇ ਹੱਸਦਿਆਂ ਹੱਸਦਿਆਂ ਭਾਈ ਮਰਦਾਨੇ ਵੱਲ ਵੇਖਿਆ। ਬਲੋਕਤ ਦੇਤ ਆਨੰਦ ਕੋ ਦਾਨਾ, ਤੇ ਉਹਨੂੰ ਖੁਸ਼ੀ ਦੇਣ ਵਾਸਤੇ। ਹੁਣ ਭਾਈ ਮਰਦਾਨਾ ਖਿਜਿਆ ਪਿਆ, ਬੋਲ ਸਕਦਾ ਨਹੀਂ। ਗੁਰੂ ਨਾਨਕ ਦੇ ਪਿਤਾ ਜੀ ਨੇ ਉਹਦੇ ਵੱਲ ਹੱਸਦਿਆਂ ਵੇਖਿਆ ਤੇ ਇੰਜ ਬਚਨ ਕੀਤਾ ਵੀ ਉਹਨੂੰ ਵੀ ਖੁਸ਼ੀ ਹੋਵੇ। ਉਹਨੂੰ ਖੁਸ਼ੀ ਤੇ ਤਾਂ ਹੋਵੇ, ਉਹ ਜਿਵੇਂ ਇੱਕ ਕਹਾਵਤ ਬਣੀ ਹੈ ਨਾ ਵੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਹੁਣ ਭੁੱਖੇ ਪੇਟ ਕਿਹੜੀ ਗੱਲ ਚੰਗੀ ਲੱਗਦੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਬਚਨ ਆਪਣੇ ਮੁਖ ਤੋਂ ਆਖੇ ਨੇ। ਹਾਂਜੀ, ਬੈਨ ਭਣੇ ਰਸ ਹਾਸ ਵਿਖੇ ਤੁਮਰੀ ਸੁਧ ਕਿਆ ਕਹੀਏ ਮਰਦਾਨਾ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਮਰਦਾਨਿਆ ਕੀ ਹਾਲ ਹੈ ਤੇਰਾ ਬਈ? ਅਸੀਂ ਤੇ ਪੁੱਛਿਆ ਹੀ ਨਹੀਂ ਤੈਨੂੰ, ਕਿੱਦਾਂ ਠੀਕ ਠਾਕ ਹੈ? ਜਿਵੇਂ ਆਪਾਂ ਹਾਲ ਚਾਲ ਪੁੱਛਦੇ ਹਾਂ। ਹੁਣ ਸਤਿਗੁਰੂ ਦੀ ਆਪਣੀ ਭਾਸ਼ਾ ਹੋਏਗੀ, ਉਹਨਾਂ ਦੇ ਆਪਣੇ ਸ਼ਬਦ ਹੋਣਗੇ, ਉਹਨਾਂ ਦੇ ਆਪਣੇ ਮੁਖ ਦੀ ਬਾਣੀ ਆਪਣੀ ਕਿਸਮ ਦੀ ਹੋਏਗੀ। ਉਹਨਾਂ ਨੇ ਭਾਈ ਮਰਦਾਨੇ ਤੋਂ ਹਾਲ ਚਾਲ ਪੁੱਛਿਆ। ਬੈਨ ਭਣੇ ਰਸ ਹਾਸ ਵਿਖੇ ਤੁਮਰੀ ਸੁਧ ਕਿਆ ਕਹੀਏ ਮਰਦਾਨਾ। ਮਰਦਾਨਿਆਂ ਬੋਲ ਕੇ ਤੇ ਦੱਸ ਬਈ ਤੇਰਾ ਕੀ ਹਾਲ ਹੈ। ਹਾਂਜੀ, ਤੂਸ਼ਣ ਕੀਨ ਚਲੇ ਗਤ ਦੀਨਾ ਹੁਤੋ ਕਮ ਲਾਲਣ ਸੋ ਕੁਮਲਾਨਾ। ਤੂਸ਼ਨ ਕੀਨ ਚਲੇ ਗਤ ਦੀਨ। ਮਰਦਾਨਾ ਨਹੀਂ ਬੋਲਿਆ, ਸਤਿਗੁਰੂ ਵੀ ਚੁੱਪ ਕਰਕੇ ਤੁਰ ਪਏ। ਹੁਤੋ ਕਮ ਲਾਲਣ ਤੇ ਕੁਮਲਾਨਾ। ਪਰ ਜਿਹੜਾ ਭਾਈ ਮਰਦਾਨਾ ਸੀ ਉਹਦਾ ਤੇ ਚਿਹਰਾ ਮੁਰਝਾਇਆ ਹੋਇਆ ਸੀ, ਭੁੱਖ ਨੇ ਪਿਆਸ ਨੇ ਤੜਫਾਇਆ ਹੋਇਆ। ਤੇ ਅੱਗੋਂ ਗੁਰੂ ਨਾਨਕ ਸਾਹਿਬ ਨੇ ਹੱਸ ਕੇ ਪੁੱਛ ਲਿਆ। ਹੁਣ ਸਤੇ ਬੰਦੇ ਨੂੰ ਤੁਸੀਂ ਹੱਸ ਕੇ ਗੱਲ ਕਰੋਗੇ ਤਾਂ ਗੱਲ ਵੀ ਉਹਨੂੰ ਐਂ ਲੱਗਦੀ ਹੈ ਵੀ ਜਿਵੇਂ ਪਤਾ ਨਹੀਂ ਮੈਨੂੰ ਕੋਈ ਦੁੱਖ ਦੇਣ ਵਾਸਤੇ ਕਹੀ ਜਾ ਰਹੀ ਹੈ। ਹਾਂਜੀ,
ਤੂੰ ਜਗਤਵੇਸ਼ਰ ਸ਼੍ਰੀ ਪਰਮੇਸ਼ਰ, ਵਿਆਪੇ ਭੂਖ ਪਿਆਸ ਨਾ ਥੋਰੀ। ਭਾਈ ਮਰਦਾਨੇ ਨੇ ਇਹ ਨਹੀਂ ਕਿਹਾ ਵੀ ਬਾਬਾ ਮੈਂ ਠੀਕ ਆ ਜਾਂ ਮੈਂ ਠੀਕ ਨਹੀਂ ਆ। ਭਾਈ ਮਰਦਾਨਾ ਕਹਿਣ ਲੱਗਾ ਤੂੰ ਜਗਤੇਸ਼ਵਰ ਸ਼੍ਰੀ ਪਰਮੇਸ਼ਵਰ, ਕਹਿਣ ਲੱਗਾ ਬਾਬਾ ਤੂੰ ਰੱਬ ਆਪ ਹੈ, ਖੁਦਾ ਵੀ ਆਪ ਹੈ ਤੂੰ। ਹੋਤੋ ਵਿਆਪੈ ਭੂਖ ਪਿਆਸ ਨਾ ਥੋਰੀ, ਤੇ ਬਾਬਾ ਨਾ ਤੈਨੂੰ ਲੱਗੇ ਭੁੱਖ ਨਾ ਤੈਨੂੰ ਲੱਗੇ ਪਿਆਸ, ਤੇ ਬਾਬਾ ਤੈਨੂੰ ਕੀ ਪਤਾ ਹੈ ਮਰਦਾਨੇ ਦੀ ਕੀ ਹਾਲਤ ਹੈ। ਤੂੰ ਰੱਬ ਹੈ, ਮੈਂ ਰੱਬ ਨਹੀਂ ਆ। ਤੂੰ ਪਰਮੇਸ਼ਰ ਹੈ, ਮੈਂ ਪਰਮੇਸ਼ਰ ਨਹੀਂ ਆ। ਹਾਂਜੀ। ਭੋਜਨ ਕੀ ਨੈ ਚਾਹ ਕਬੇ, ਮਗ ਸੰਗਤ ਕਿਉ ਨਿਭ ਹੈ ਅਬ ਤੋਰੀ। ਆਖਿਆ ਮਹਾਰਾਜ ਭੋਜਨ ਕੀ ਨ ਚਾਹੇ ਕਬੇ, ਤੁਹਾਨੂੰ ਕਦੇ ਖਾਣ ਪੀਣ ਦੀ ਇੱਛਾ ਹੀ ਨਹੀਂ। ਤਾਂ ਫਿਰ ਬਾਬਾ ਇੱਕ ਦੱਸੋ ਵੀ ਤੁਹਾਡੀ ਤੇ ਸਾਡੀ ਨਿਭੇਗੀ ਕਿਵੇਂ? ਤੁਹਾਨੂੰ ਖਾਣ ਦੀ ਲੋੜ ਕੋਈ ਨਹੀਂ, ਸਾਡਾ ਖਾਦੇ ਬਿਨਾ ਸਰਦਾ ਕੋਈ ਨਹੀਂ। ਇਹ ਕਿਵੇਂ ਸੰਜੋਗ ਨਿਭੇਗਾ? ਇਹ ਬਿਧ ਕਿਵੇਂ ਚੱਲੇਗੀ? ਤੁਹਾਨੂੰ ਖਾਣ ਦੀ ਲੋੜ ਕੋਈ ਨਹੀਂ, ਸਾਡਾ ਖਾਦੇ ਬਿਨਾ ਸਰਦਾ ਕੋਈ ਨਹੀਂ। ਹਾਂਜੀ। ਬਾਸੁਰ ਤੀਨ ਬਤੀਤ ਪਏ, ਬਿਨ ਅੰਨ ਵਿਆਕੁਲ ਹੈ ਗਤ ਮੋਰੀ। ਆਖਿਆ ਬਾਬਾ ਮੈਨੂੰ 3 ਦਿਨ ਹੋ ਗਏ ਨੇ, ਮੈਂ ਵਿਆਕੁਲ ਹੋ ਗਿਆ। ਮੇਰੀ ਮੱਤ ਜਿਹੜੀ ਹੈ ਉਹ ਵਿਆਕੁਲ ਹੋ ਗਈ ਹੈ, ਤੇ ਮੈਂ ਕੀ ਕਰਾਂ? ਬਾਸਰ ਤੀਨ ਬਤੀਤ ਭਏ, ਬਿਨ ਅੰਨ ਵਿਆਕਲ, ਰੋਟੀ ਤੋਂ ਬਿਨਾ, ਭੋਜਨ ਤੋਂ ਬਿਨਾ, ਖਾਣ ਵਾਲੇ ਪਦਾਰਥਾਂ ਤੋਂ ਬਿਨਾ ਮੈਂ ਵਿਆਕਲ ਹੋ ਗਿਆ। ਹਾਂਜੀ। ਅੰਤਕ ਓਕ ਅਸ਼ੋਕ ਅਰੋਗਹੀ, ਜਾਹਵੈ ਗੇ ਮਮ ਪ੍ਰਾਣ ਅਚੋਰੀ। ਇਸ ਕਰਕੇ ਅੰਤਕ ਓਕ ਸ਼ਸ਼ੋਕ ਅਰੋਗ ਹੀ, ਤੇ ਬਾਬਾ ਉਹ ਦਿਨ ਦੂਰ ਨਹੀਂ, ਲੋਕ ਬਿਮਾਰ ਹੋ ਕੇ ਮਰਦੇ ਨੇ, ਮੈਂ ਬਿਨਾਂ ਬਿਮਾਰੀ ਤੋਂ ਮਰਾਂਗਾ। ਮੈਨੂੰ ਬਿਮਾਰੀ ਕੋਈ ਨਹੀਂ ਹੋਏਗੀ, ਪਰ ਮਰ ਮੈਂ ਜਾਵਾਂਗਾ। ਕਿਵੇਂ ਮਰਾਂਗਾ? ਭੁੱਖ ਨਾਲ ਹੀ ਮਰਾਂਗਾ। ਅੰਤਕ ਓਕ ਸਸ਼ੋਕ ਅਰੋਗ ਹੀ, ਜਾਵੇਂਗੇ ਮਮ ਪ੍ਰਾਣ ਅਚੋਰੀ। ਮੇਰੇ ਪ੍ਰਾਣ ਜਿਹੜੇ ਨੇ ਨਿਰਸੰਦੇ ਨਿਕਲ ਜਾਣਗੇ। ਤੁਸੀਂ ਅੱਗੇ ਤੁਰੇ ਜਾਓਗੇ, ਪਿੱਛੇ ਮੁੜ ਕੇ ਵੇਖੋਗੇ ਤੇ ਮੈਂ ਮਰਿਆ ਪਿਆ ਮਿਲਾਂਗਾ ਤੁਹਾਨੂੰ, ਪਰ ਬਿਨਾਂ ਬਿਮਾਰੀ ਤੋਂ ਮਰਾਂਗਾ। ਰੋਗ ਮੈਨੂੰ ਕੋਈ ਹੈ ਨਹੀਂ ਹੈ, ਦੁੱਖ ਮੈਨੂੰ ਹੋਰ ਕੋਈ ਨਹੀਂ ਹੈਗਾ। ਮਰਾਂਗਾ ਤੇ ਭੁੱਖਾ ਹੀ ਮਰਾਂਗਾ ਮੈਂ। ਬਿਗਸੇ ਸੁਣ ਬੈਣ ਗੁਰੂ ਗੁਣ ਐਨ, ਦਇਆ ਜਿਹ ਨੈਣ ਰਹੀ ਸ਼ਬ ਛਾਈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਹੱਸ ਪਏ, ਫਿਰ ਮੁਸਕਰਾਏ। ਫਿਰ ਸਤਿਗੁਰੂ ਨੇ ਆਪਣੇ ਮੁਖ ਤੋਂ ਬਚਨ ਆਖੇ, ਕਹਿਣ ਲੱਗੇ ਮਰਦਾਨਿਆ ਮਰਨ ਨਹੀਂ ਦਿੰਦੇ ਤੈਨੂੰ, ਇਹ ਸਾਡਾ ਤੇਰੇ ਨਾਲ ਵਾਅਦਾ ਰਿਹਾ। ਇਹ ਤੂੰ ਮਤ ਸੋਚ ਕਿ ਤੂੰ ਭੁੱਖ ਨਾਲ ਮਰ ਜਾਏਗਾ। ਕਹਿੰਦੇ ਨਹੀਂ, ਮਰਨ ਨਹੀਂ ਦਿੰਦੇ ਤੈਨੂੰ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।